ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਦੁਨੀਆ ਦੇ ਹਰ ਹਿੱਸੇ ਪਹੁੰਚਾ ਦਿੱਤਾ ਹੈ, ਪਰ ਆਪਣੇ ਦਿਲ ਤੱਕ ਨਹੀਂ ਪਹੁੰਚਾ ਸਕੇ। ਸਾਡੀਆਂ ਜੜ੍ਹਾਂ ਦੀਆਂ ਕਹਾਣੀਆਂ ਤਾਂ ਕਥਾਵਾਂ ਹੀ ਹੁੰਦੀਆਂ ਨੇ, ਅਤੇ ਇਹਨਾਂ ਕਥਾਵਾਂ ਦਾ ਸਫ਼ਰ ਕਰਨ ਵਾਲੇ ਹੀ ਆਪਣੀ ਵਿਰਾਸਤ ਨੂੰ ਸਮਝ ਸਕਦੇ ਨੇ। ਕਥਾਵਾਂ ਦਾ ਸਫ਼ਰ ਦਾ ਫੁਰਨਾ ਅਮਰਦੀਪ ਸਿੰਘ ਹੋਣਾ ਲਈ ਸਬੱਬੀ ਆਇਆ ਸੀ। ਸਿੰਗਾਪੁਰ ਦੇ ਰਹਿਣ ਵਾਲੇ ਅਮਰਦੀਪ ਸਿੰਘ ਹੋਣਾ ਪਾਕਿਸਤਾਨ 'ਚ ਸਿੱਖ ਵਿਰਾਸਤ ਦੀਆਂ 2 ਕਿਤਾਬਾਂ ਤੋਂ ਬਾਅਦ 2 ਦਸਤਾਵੇਜ਼ੀ ਫਿਲਮਾਂ ਤਿਆਰ ਕੀਤੀਆਂ। ਉਹ ਜਦੋਂ ਲੌਸਟ ਹੈਰੀਟੇਜ ਦੀ ਸਿੱਖ ਲੈਗੇਸੀ ਇਨ ਪਾਕਿਸਤਾਨ ਦਾ ਕਾਰਜ ਕਰ ਰਹੇ ਸਨ ਤਾਂ ਇਹਦੇ ਨਾਲੋਂ ਨਾਲ ਉਹ ਖਾਸ ਹਵਾਲਿਆਂ ਲਈ ਵੀਡੀਓ ਬਣਾਉਂਦੇ ਗਏ। ਜਦੋਂ ਉਹਨਾਂ ਸਾਰੀਆਂ ਵੀਡੀਓ ਵੇਖੀਆਂ ਤੇ ਉਹਨਾਂ ਵਿੱਚ ਇੱਕ ਕਹਾਣੀ ਨਜ਼ਰ ਆਈ। ਇਹ ਕਹਾਣੀ ਵਿਰਾਸਤਾਂ ਦੀ ਨਿਸ਼ਾਨਦੇਹੀ ਕਰਦੀ ਸੀ। ਅਮਰਦੀਪ ਸਿੰਘ ਹੋਣਾ ਇੱਕ ਦਹਾਕੇ ਦੇ ਵਿਰਾਸਤੀ ਖੋਜ ਕਾਰਜਾਂ ਤੋਂ ਬਾਅਦ ਆਪਣੇ ਨਜ਼ਰੀਏ ਅੰਦਰ ਬਹੁਤ ਕੁਝ ਉਲੀਕਿਆ ਅਤੇ ਉਸ ਉਲੀਕੇ ਰਾਹ ਤੇ ਤੁਰਦਿਆਂ ਕਾਰਜ ਕਰਦਿਆਂ ਨਿਰੰਤਰ ਵਿਰਾਸਤਾਂ ਬਾਰੇ ਕੰਮ ਕੀਤਾ। ਅਮਰਦੀਪ ਸਿੰਘ ਇਸ ਨੂੰ ਡਿਵਾਈਨ ਇੰਟਰਵੈਂਸ਼ਨ ਕਹਿੰਦੇ ਨੇ। ਉਹਨਾਂ ਮੁਤਾਬਕ ਇਹ ਸਿਰਫ ਧਾਰਮਿਕ ਨਹੀਂ ਹੈ, ਇਸ 'ਚ ਵਿਰਾਸਤ ਹੈ, ਭਾਵਨਾ ਹੈ ਅਤੇ ਇੱਕ ਸਫ਼ਰ ਹੈ ਜਿਹਦੀ ਗੁੜਤੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਤੋਂ ਮਿਲਦੀ ਹੈ। ਸੋ ਹੁਣ ਤੈਅ ਸੀ ਕਿ ਇੱਕ ਸਫ਼ਰ ਤੇ ਤੁਰਿਆ ਜਾਵੇ। ਇਸ ਲਈ ਬਹੁਤ ਸਾਰੇ ਸੱਜਣ ਮਦਦ ਲਈ ਤਿਆਰ ਹੋ ਗਏ। ਇਹ ਸਫ਼ਰ ਸੀ ਕਿਉਂਕਿ ਵਿਰਾਸਤ ਸਿਰਫ ਪਾਕਿਸਤਾਨ ਜਾਂ ਭਾਰਤ 'ਚ ਨਹੀਂ ਹੈ। ਗੁਰੂ ਨਾਨਕ ਸਾਹਿਬ ਤਾਂ ਇਸ ਤੋਂ ਵੀ ਬਾਹਰ ਹੋਰ ਥਾਵਾਂ ਤੇ ਘੁੰਮੇ ਨੇ। ਇਹ ਸਿਰਫ ਗੁਰਦੁਆਰਿਆਂ ਦੀ ਯਾਤਰਾ ਨਹੀਂ ਹੋਵੇਗੀ, ਇਸ 'ਚ ਕਥਾ ਮਹੱਤਵਪੂਰਨ ਹੈ। ਜੋ ਅਸੀਂ ਲਿਖ ਰਹੇ ਹਾਂ ਉਸ ਇਤਿਹਾਸ ਨਾਲ ਸਾਡੀ ਮਿਲਣੀ ਹੈ। ਅਸੀਂ ਇਸੇ ਬਿਰਤਾਂਤ 'ਚੋਂ ਉਹ ਪੇਸ਼ ਕਰਨਾ ਹੈ ਜੋ ਆਉਣ ਵਾਲੀ ਪੀੜ੍ਹੀ ਲਈ ਸੁਚੱਜਾ ਦਸਤਾਵੇਜ਼ ਹੋਵੇ। ਜਦੋਂ ਸਰਹੱਦਾਂ ਇਸ ਰੂਪ 'ਚ ਨਹੀਂ ਸਨ, 15ਵੀਂ ਸਦੀ ਦਾ ਦੌਰ ਸੀ। ਬਾਦਸ਼ਾਹ ਆਪਣੇ ਰਾਜ ਦਾ ਵਿਸਤਾਰ ਕਰ ਰਹੇ ਸਨ। ਉਹਨਾਂ ਸਮਿਆਂ 'ਚ ਹਿੰਦੂ ਸਨ ਅਤੇ ਮੁਸਲਮਾਨ। ਉਦੋਂ ਗੁਰੂ ਨਾਨਕ ਸਾਹਿਬ ਅਵਤਾਰ ਧਾਰਦੇ ਨੇ ਅਤੇ ਮਨੁੱਖਤਾ ਸਾਂਝੀਵਾਲਤਾ ਦਾ ਸੰਦੇਸ਼ ਕੁੱਲ ਹਯਾਤੀ ਨੂੰ ਦਿੰਦੇ ਨੇ। ਉਹ ਰਾਗਾਂ 'ਚ ਬਾਣੀ ਰਚਦੇ ਨੇ, ਉਹ ਹਿੰਦੂ ਨੂੰ ਮਿਲਦੇ ਨੇ, ਉਹ ਮੁਸਲਮਾਨਾਂ, ਕਬੀਲਿਆਂ, ਵੱਖ-ਵੱਖ ਕੌਮਾਂ, ਸੱਭਿਆਚਾਰਾਂ ਨੂੰ ਮਿਲਦੇ ਨੇ। ਅਤੇ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਵੱਖ-ਵੱਖ ਥਾਵਾਂ ਦੀ ਯਾਤਰਾ ਕਰਦੇ ਨੇ। ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕਰਦੇ ਨੇ। ਉਹਨਾਂ ਜੋ ਵੱਡਾ ਖੇਤਰ ਗਾਇਆ ਹੁਣ 9 ਦੇਸ਼ਾਂ 'ਚ ਪੇਸ਼ ਹੁੰਦਾ ਹੈ। ਤਿੱਬਤ, ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਸ਼੍ਰੀਲੰਕਾ, ਸਾਊਦੀ ਅਰਬ, ਇਰਾਕ, ਈਰਾਨ, ਅਫਗਾਨਿਸਤਾਨ ਜਿਹੇ ਦੇਸ਼ਾਂ 'ਚ ਬਾਬੇ ਨਾਨਕ ਦੀ ਚਰਨ ਛੋਹ ਹੈ। ਅਲੈਗਰੀ ਦਸਤਾਵੇਜ਼ ਫਿਲਮਾਂ ਦੀ ਲੜੀ 24 ਕਿਸ਼ਤਾਂ ਦੀ ਗੁਰੂ ਨਾਨਕ ਦੇਵ ਜੀ ਬਾਰੇ ਸਾਨੂੰ ਜਾਣੂ ਕਰਵਾਉਂਦੀ ਹੈ। ਕਿੰਜ ਬਣੀ ਇਹ ਲੜੀ ਅਤੇ ਕੀ ਹੈ ਖਾਸ, ਕਿਸ ਨਜ਼ਰ ਤੋਂ ਅਸੀਂ ਇਹ ਵੇਖੀਏ ਅਤੇ ਕਿਸ ਨਜ਼ਰੀਏ ਤੋਂ ਇਹ ਸਮਝੀਏ। ਇਸ ਸਿਲਸਿਲੇ ਵਿੱਚ ਅੱਜ ਦੀ ਖਾਸ ਗੱਲਬਾਤ ਆਓ ਕਰਦੇ ਹਾਂ ਅਮਰਦੀਪ ਸਿੰਘ ਹੁਣਾਂ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਮਰਦੀਪ ਜੀ। ਬਹੁਤ ਬਹੁਤ ਸ਼ੁਕਰੀਆ ਜੀ ਹਰਪ੍ਰੀਤ ਜੀ, ਤੁਸੀਂ ਮੌਕਾ ਦਿੱਤਾ। ਤੁਸੀਂ ਮੌਕੇ ਦੇ ਹੱਕਦਾਰ ਹੋ। ਬਹੁਤ ਕਮਾਲ ਦਾ ਕੰਮ ਕੀਤਾ ਹੈ ਤੇ ਮੈਨੂੰ ਲੱਗਦਾ ਕਿ ਇਸ ਕੰਮ ਨੂੰ ਮਹਿਸੂਸ ਕਰਨ ਦੀ ਲੋੜ ਆ ਸਾਡੇ ਦਰਸ਼ਕਾਂ ਨੂੰ, ਜੋ ਵੀ ਤੁਹਾਡੇ ਕੰਮ ਤੱਕ ਪਹੁੰਚੇਗਾ। ਜਿਸ ਤਰ੍ਹਾਂ ਤੁਸੀਂ ਕਿਸ਼ਤ ਦਰ ਕਿਸ਼ਤ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ, ਉਹਨਾਂ ਦੀਆਂ ਉਦਾਸੀਆਂ, ਉਹਨਾਂ ਦੇ ਫਲਸਫੇ ਨੂੰ ਤੁਸੀਂ ਸਾਡੇ ਤੱਕ ਪੇਸ਼ ਕੀਤਾ ਹੈ, ਉਸ ਦੇ ਬਾਰੇ ਆਪਾਂ ਨਿਰੰਤਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਿਓ, ਆਪਾਂ ਸ਼ੁਰੂਆਤ ਹੀ ਇੱਥੋਂ ਕਰਦੇ ਹਾਂ ਕਿ ਐਲੈਗਰੀ ਹੈ ਕੀ ਹੈ।
ਐਲੈਗਰੀ ਦਾ ਮਤਲਬ ਇਹ ਇੰਗਲਿਸ਼ ਦਾ ਲਫ਼ਜ਼ ਜਿਹੜਾ ਅਕਸਰ ਯੂਜ਼ ਨਹੀਂ ਹੁੰਦਾ ਹੈ, ਤੇ ਉਹਨੂੰ ਯੂਜ਼ ਕਰਨ ਦਾ ਮਕਸਦ ਹੀ ਇਹ ਹੈ ਕਿ ਜੋ ਚੀਜ਼ਾਂ ਅਸੀਂ ਅਕਸਰ ਯੂਜ਼ ਨਹੀਂ ਕਰਦੇ ਆ ਉਹਨਾਂ ਦੇ ਅੰਦਰ ਕੁਝ ਗੁਝੀ ਹੋਈ ਗੱਲ ਹੁੰਦੀ ਹੈ, ਕੁਝ ਛੁਪੀ ਹੋਈ ਗੱਲ ਹੁੰਦੀ ਹੈ। ਜੀ ਐਲੈਗਰੀ ਦਾ ਮਤਲਬ ਇੱਕ ਅੱਖਰ ਹੈਗਾ, ਅਕਸਰ ਅਸੀਂ ਯੂਜ਼ ਕਰਦੇ ਹਾਂ ਅੰਗਰੇਜ਼ੀ 'ਚ ਮੈਟਾਫਰ ਹੁੰਦਾ ਹੈ ਕਿ ਜਿਹੜੀ ਪਹੇਲੀਆਂ ਜਿਹੜੀਆਂ ਕੋਈ ਚੀਜ਼ਾਂ ਨੂੰ ਅੰਦਰ ਉਹਦੇ ਅੰਦਰ ਕੋਈ ਰਾਜ਼ ਦੀ ਗੱਲ ਛੁਪੀ ਹੋਵੇ, ਲੇਕਿਨ ਜਦੋਂ ਬੜੇ ਸਾਰੇ ਮੈਟਾਫਰਸ ਮਿਲ ਕੇ ਜੀ ਇੱਕ ਵੱਡੀ ਕਹਾਣੀ ਦੀ ਇੱਕ ਪਹੇਲੀ ਨੂੰ ਦਰਸਾ ਰਹੇ ਹੋਣ ਤੇ ਉਸ ਨੂੰ ਫਿਰ ਅਸੀਂ ਵੱਡੇ ਰੂਪ ਤੇ ਕਹਿੰਦੇ ਹਾਂ ਐਲੈਗਰੀ ਦਾ ਇਹ ਮਤਲਬ ਹੁੰਦਾ ਹੈ। ਤੇ ਅਗਰ ਇਸ ਦਾ ਨਾਂ ਐਲੈਗਰੀ ਅ ਟੈਪਿਸਟਰੀ ਆਫ ਗੁਰੂ ਨਾਨਕ's ਟਰੈਵਲਸ ਇਸ ਡਾਕੂ ਸੀਰੀਜ਼ ਦਾ ਨਾਂ ਰੱਖਣ ਦਾ ਮਕਸਦ ਇਹ ਸੀਗਾ ਕਿ ਅੰਗਰੇਜ਼ੀ ਅਗਰ ਕਹੀਏ ਤੇ ਐਲੈਗਰੀ ਇਜ਼ ਦ ਰੈਵਲੇਸ਼ਨ ਆਫ ਅ ਹਿਡਨ ਮੀਨਿੰਗ। ਉਹ ਰਾਜ਼ ਦੀ ਗੱਲ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ हैं। मैं अक्सर कहना ये सफर तो हमारा एक बहाना है, जी क्योंकि गुरु नानक के सफर का फलसफे को हमें समझाना है। हम बिल्कुल। कौन होते हैं समझाने वाले, लेकिन हम समझने की कोशिश कर सकते हैं। ਜੀ ਖਾਸ ਤੌਰ ਤੇ ਇਸ ਕਰਕੇ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਸਮਝਾਇਆ ਜਾਂ ਜਿਹੜੀਆਂ ਉਹਨਾਂ ਦੀਆਂ ਯਾਤਰਾਵਾਂ ਸਨ ਉਹ ਤਾਂ ਬਾਰਡਰਲੈਸ ਸਨ ਤੇ ਉਹਨਾਂ ਦਾ ਫਲਸਫਾ ਵੀ ਵੱਖ-ਵੱਖ ਕਲਚਰ ਨੂੰ ਆਪਸ ਦੇ ਵਿੱਚ ਇੱਕ ਕਨੈਕਟੀਵਿਟੀ 'ਚ ਜੋੜਦਾ ਹੈ। ਪਰ ਇਸ ਦੌਰ ਦੇ ਅੰਦਰ ਕਲਚਰ ਵੀ ਵੱਖ-ਵੱਖ ਰਿਸਪੌਂਡ ਕਰਦੇ ਨੇ। ਸਾਡੀਆਂ ਸਰਹੱਦਾਂ ਨੂੰ ਬਰਕਰਾਰ ਰੱਖਣ ਲਈ ਕਿੰਨੇ ਕਰੋੜਾਂ ਦੀ ਇਨਵੈਸਟਮੈਂਟ ਕੀਤੀ ਜਾਂਦੀ ਆ, ਉਸ ਦੇ ਉੱਤੇ ਪੂਰੀ ਇੱਕ ਖੇਡ ਖੇਡੀ ਜਾਂਦੀ ਆ। ਤੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਤਾਂ ਉਸ ਪੂਰੇ ਨੈਰੇਟਿਵ ਨੂੰ ਤੋੜਦਾ ਹੈ, ਇੱਕ ਆਪਣੀ ਤਰ੍ਹਾਂ ਦਾ ਬਿਰਤਾਂਤ ਦਿੰਦਾ ਹੈ। ਤੇ ਥੋੜਾ ਜਿਹਾ ਇਹ ਸਮਝਾਓ ਕਿ ਜਦੋਂ ਇਹ ਫੁਰਨਾ ਕਿੱਥੋਂ ਫੁਰਿਆ, ਤੁਹਾਡੀ ਪਲੈਨਿੰਗ ਕਿਉਂ ਹੋਈ, ਕਿਉਂ ਜ਼ਰੂਰੀ ਸਮਝਦੇ ਹੋ ਤੁਸੀਂ ਕਿ ਇਸ ਤਰ੍ਹਾਂ ਦੀ ਲੜੀਵਾਰ ਲੜੀ ਜੋ ਤੁਸੀਂ ਇਹ ਪੇਸ਼ ਕੀਤਾ ਹੈ ਕਿਉਂ ਜ਼ਰੂਰੀ ਸੀ? ਥੋੜਾ ਜਿਹਾ ਪਹਿਲਾਂ ਦੱਸੋ ਕਿ ਕਿੰਨੀਆਂ ਕਿਸ਼ਤਾਂ ਨੇ, ਟੋਟਲ ਕਿੰਨੀਆਂ ਕਿਸ਼ਤਾਂ ਨੇ ਤੇ ਉਹਦੀ ਪਲੈਨਿੰਗ ਕੀ ਸੀ? ਹਾਂਜੀ, ਪਹਿਲੀ ਤਾਂ ਮੈਂ ਕਹਾਂਗਾ ਗੱਲ ਕਿ ਅਸੀਂ ਕੌਣ ਹੁੰਦੇ ਹਾਂ ਸਮਝਣੇ ਵਾਲੇ ਤੇ ਪਲੈਨਿੰਗ ਕਰਨ ਵਾਲੇ। ਇਹ ਸਾਰੇ ਕੰਮਾਂ ਦੇ ਅੰਦਰ ਇੱਕ ਉਹੀ ਹੈ, ਰਾਜ਼ ਵਾਲੀ ਗੱਲ ਹੈ ਕਿ ਜਿਹਨੂੰ ਕਰਕੇ ਹੀ ਸਮਝ ਆਉਂਦਾ ਹੈ ਕਿ ਕੋਈ ਚੀਜ਼ ਤੁਹਾਨੂੰ ਉਸ ਪਾਸੇ ਲੈ ਕੇ ਜਾ ਰਹੀ ਸੀ। ਅਸੀਂ ਕੋਈ ਨਹੀਂ ਹੁੰਦੇ। ਇਹ ਕੰਮ ਮੈਂ ਆਪਣੀ ਹੋਮੇਜ ਨਹੀਂ ਕਰ ਰਿਹਾ, ਮੈਨੂੰ ਗਲਤ ਨਾ ਸਮਝਣਾ, ਲੇਕਿਨ ਮੈਨੂੰ 7.5 ਸਾਲ ਹੋ ਗਏ ਨੇ ਇਹ ਕੰਮ ਕਰਦੇ ਹੋਏ। ਮੈਂ ਉਹਨਾਂ ਇਲਾਕਿਆਂ ਵਿੱਚ ਜਾ ਕੇ ਕੰਮ ਕਰ ਰਿਹਾ ਜਿੱਥੇ ਸਾਡਾ ਬੜਾ ਵੱਡਾ ਵਿਸ਼ਾਲ ਵਿਰਸਾ ਸੀਗਾ, ਸਾਡੀ ਅੰਸ਼ਾਂ ਸੀਗੀਆਂ। ਉਹ ਅੰਸ਼ ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਪੋਲੀਟੀਕਲ ਬਾਉਂਡਰੀਜ਼ ਦੇ ਕਰਕੇ ਐਕਸੈਸਿਬਿਲਿਟੀ ਨਹੀਂ ਹੈ, ਜਾ ਨਹੀਂ ਸਕਦਾ ਇਨਸਾਨ, ਲੇਕਿਨ ਉਹ ਕਾਫੀ ਇਲਾਕਿਆਂ ਦੇ ਅੰਦਰ ਜਾਨ ਮਾਲ ਦੀ ਰਿਸਕ ਹੁੰਦੀ ਹੈ। ਤੇ ਉਹਨਾਂ ਸਾਰਿਆਂ ਇਲਾਕਿਆਂ ਜਾ ਕੇ ਆਪਣੇ ਵਿਰਸੇ ਨੂੰ ਸਮੇਟਣ ਦੀ ਜਿਹੜੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਇਹ ਇਨਸਾਨ ਸੋਚ ਕੇ ਵੀ ਪਲੈਨਿੰਗ ਕਰਕੇ ਵੀ ਕਰ ਨਹੀਂ ਸਕਦਾ, ਕਿਉਂਕਿ ਇਹਦੇ ਅੰਦਰ ਇਤਨੀ ਅੜਚਨਾ ਆਉਂਦੀਆਂ ਨੇ ਜੋ ਅਸੀਂ ਗੱਲ ਕਰਾਂਗੇ ਅੱਗੇ ਚੱਲ ਕੇ ਕਿ ਬਹੁਤ ਅੜਚਨਾ ਨੇ ਜੀ। ਔਰ ਉਹਨਾਂ ਅੜਚਨਾ ਦਾ ਇੱਕ ਪੂਰਾ ਇਕੱਠ ਅਸੀਂ ਅੱਗੇ ਰੱਖੀਏ ਨਾ ਤਾਂ ਇਨਸਾਨ ਕਹਿੰਦਾ ਇਹ ਕਿਸ ਤਰ੍ਹਾਂ ਹੋਏਗਾ, ਲੇਕਿਨ ਜਦੋਂ ਕਰ ਲੈਂਦਾ ਨਾ ਫਿਰ ਸਮਝ ਆਉਂਦਾ ਹੈ ਕਿ ਯਾਰ ਕੀ ਹੋ ਕੀ ਰਿਹਾ ਸੀਗਾ। ਇਹ ਬਸ ਅਸੀਂ ਇੱਕ ਤੂਫਾਨ ਵਾਂਗਰ ਚੱਲੇ ਆ, ਬਸ ਹੋ ਗਿਆ। ਤੇ ਇਹ ਵੀ ਇੱਕ ਐਲੈਗਰੀ ਹੈ, ਗੁਝੀ ਹੋਈ ਗੱਲ ਹੈ। ਤੇ ਹੈ ਕੀ ਚੀਜ਼? ਐਲੈਗਰੀ, ਅ ਟੈਪਿਸਟਰੀ ਆਫ ਗੁਰੂ ਨਾਨਕ's ਟਰੈਵਲਸ ਇੱਕ 24 ਐਪੀਸੋਡ ਦੀ ਦਸਤਾਵੇਜ਼ ਹੈ, ਇੱਕ ਡਾਕੂ ਸੀਰੀਜ਼ ਹੈ, ਡਾਕੂਮੈਂਟਰੀ ਸੀਰੀਜ਼ ਹੈ। ਐਵਰੇਜ 45 to 50 ਮਿੰਟਸ ਦਾ ਇੱਕ ਐਪੀਸੋਡ ਹੈਗਾ ਤੇ 18 ਘੰਟਿਆਂ ਦਾ ਪੂਰਾ ਦਸਤਾਵੇਜ਼ ਹੈ, ਜਿਹਦੇ ਅੰਦਰ ਅਸੀਂ ਛੋਟੀ ਜੀ ਇੱਕ ਮਾੜੀ ਜੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਫ਼ਰ ਨੇ ਉਹਨਾਂ ਦੇ ਥਰੂ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਔਰ ਸਫ਼ਰ ਵੀ ਸਮਝਣ ਵਾਸਤੇ ਇੱਕ ਬਹੁਤ ਹੀ ਵੱਡੀ ਅੜਚਨ ਆਉਂਦੀ ਹੈ ਕਿ ਕਿੱਥੋਂ ਸ਼ੁਰੂ ਕਰੀਏ, ਕਿਹੜੇ ਟੈਕਸਟ ਤੋਂ ਸ਼ੁਰੂ ਕਰੀਏ, ਉਹ ਅਸੀਂ ਬਾਅਦ ਵਿੱਚ ਬੇਸ਼ੱਕ ਗੱਲ ਕਰਾਂਗੇ, ਲੇਕਿਨ ਸਫ਼ਰ ਦੇ ਰਾਹੀਂ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਹਦੇ ਅੰਦਰ ਗੱਲ ਜਿਹੜੀ ਪਤੇ ਦੀ ਗੱਲ ਸਿਰਫ ਇਹੀ ਹੈ ਕਿ ਅੱਜ ਦੀ ਜਿਹੜੀ ਪਨੀਰੀ ਹੈ, ਜਿਹਨੂੰ ਪ੍ਰੀਚਿੰਗ ਕਰਨਾ ਬਹੁਤ ਹੀ ਮੁਸ਼ਕਿਲ ਹੈ ਔਰ ਪ੍ਰੀਚਿੰਗ ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਆਤਮ ਪੜਚੋਲ ਜਿਹੜੀ ਹੈ ਹਰ ਇਨਸਾਨ ਦੀ ਆਪਣੀ ਹੋਣੀ ਚਾਹੀਦੀ ਹੈ। ਤੇ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਅਟੈਂਸ਼ਨ ਨੂੰ ਅੱਗੇ ਲਿਆ ਕੇ ਖੜਾ ਕਰੀਏ ਉਹਨਾਂ ਸਾਈਟਸ ਦੇ ਥਰੂ, ਉਹਨਾਂ ਮਲਟੀਕਲਚਰਲ ਮਲਟੀਫੇਥ ਸਾਈਟਸ ਦੇ ਥਰੂ, ਜਿੱਥੇ ਜਾਣਾ ਮੁਸ਼ਕਿਲ ਹੈਗਾ। ਤੇ ਜਦੋਂ ਉਸ ਦੇ ਥਰੂ ਇੱਕ ਨੈਸ਼ਨਲ ਜਿਓਗ੍ਰਾਫਿਕ ਜਿਸ ਤਰ੍ਹਾਂ ਡੇਵਿਡ ਐਟਨਬਰੋ ਦੀ ਕੋਈ ਇੱਕ ਸੀਰੀਜ਼ ਹੈ ਤਾਂ ਤੁਸੀਂ ਉਹਨੂੰ ਦੇਖਦੇ ਹੋ, ਉਹਦੇ ਅੰਦਰ ਇੱਕ ਖਿਚਾਵ ਹੈਗਾ। ਤਾਂ ਉਸ ਤਰ੍ਹਾਂ ਦਾ ਇੱਕ ਨੈਸ਼ਨਲ ਜਿਓਗ੍ਰਾਫਿਕ ਕੁਆਲਿਟੀ ਦਾ ਕੁਝ ਅਸੀਂ ਆਪਣੀ ਕੌਮ ਦੇ ਅੰਦਰ ਕੁਝ ਚੀਜ਼ ਖੜਾ ਕਰੀਏ ਕਿ ਦੇਖਣ ਵਾਲਾ ਨਾ ਹੀ ਸਿਰਫ ਗੁਰੂ ਨਾਨਕ ਨਾਮ ਲੇਵਾ, ਗੁਰੂ ਨਾਨਕ ਨੂੰ ਜਾਣਨ ਵਾਲੀ ਜਿਹੜੀ ਕੋਸ਼ਿਸ਼ ਵੀ ਕਰ ਰਿਹਾ, ਅਗਰ ਨਹੀਂ ਵੀ ਜਾਣਦਾ ਹੋਵੇ, ਉਸ ਚੀਜ਼ ਵੱਲ ਆਕਰਸ਼ਿਤ ਹੋ ਗਿਆ,
ਫਿਰ ਹੁਣ ਫਲਸਫੇ ਵਿੱਚ ਜਾਣਾ ਸ਼ੁਰੂ ਕਰੇ। ਮਕਸਦ ਸਹੀ ਹੈ। ਤੇ ਇਹ 24 ਐਪੀਸੋਡ ਡਾਕੂ ਸੀਰੀਜ਼ ਨੇ ਜਿਹੜੀ ਅਸੀਂ ਰਿਲੀਜ਼ ਕਰਨੀ ਸ਼ੁਰੂ ਕੀਤੀ ਹੈ ਹੁਣ, ਇਹ ਮੈਂ ਇਸ ਨੂੰ ਅਕਸਰ ਕਹਿਣਾ ਨੈਰੇਟਿਵ ਲੰਗਰ। ਇੱਕ ਜਿਸ ਤਰ੍ਹਾਂ ਸਾਡਾ ਹੁੰਦਾ ਹੈ ਖਾਣ ਦਾ ਲੰਗਰ ਹੁੰਦਾ ਹੈ, ਇੱਕ ਰੂਹਾਨੀ ਲੰਗਰ ਜਿਹੜਾ ਹੈਗਾ, ਰੂਹਾਨੀ ਲੰਗਰ ਅਸੀਂ ਇਹਨੂੰ ਇੱਕ ਦਸਤਾਵੇਜ਼ ਦੇ ਰੂਪ ਵਿੱਚ thegurunanak.com, ਦੀ ਗੁਰੂ ਨਾਨਕ, ਅੱਗੇ ਗੁਰੂ ਨਾਨਕ ਤੇ ਅੱਗੇ ਦੀ ਔਰ ਇੱਕੋ ਲਫ਼ਜ਼ thegurunanak.com ਵੈਬਸਾਈਟ ਦੇ ਉੱਤੇ ਤਰਤੀਬਵਾਰ 14 ਅਕਤੂਬਰ ਤੋਂ ਹਰ ਹਫਤੇ, ਹਰ ਥਰਸਡੇ ਨੂੰ, ਹਰ ਵੀਰਵਾਰ ਨੂੰ ਅਸੀਂ ਇੱਕ ਐਪੀਸੋਡ ਰਿਲੀਜ਼ ਕਰ ਰਹੇ ਹਾਂ, ਔਰ ਜੋ ਐਂਡ ਆਫ ਮਾਰਚ ਤੱਕ ਇੱਕ ਐਪੀਸੋਡ ਰਿਲੀਜ਼ ਹੋਣਗੇ। 24 ਐਪੀਸੋਡ ਦੀ ਡਾਕੂ ਸੀਰੀਜ਼ ਹੈ ਇਹ ਚੀਜ਼ ਹੈਗੀ ਜੀ। ਇੱਕ ਮੈਂ ਇਹ ਦੇਖ ਰਿਹਾ ਸੀ ਕਿ ਬੜੀ ਇੱਕ ਕਨਫਿਊਜ਼ਨ ਹੋ ਜਾਂਦੀ ਹੈ, ਜਾਂ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ। ਇਤਿਹਾਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਪਾਸੇ ਇਤਿਹਾਸ ਹੋ ਜਾਂਦਾ ਹੈ, ਦੂਸਰੇ ਪਾਸੇ ਸਾਡਾ ਓਰਲ ਟ੍ਰੈਡੀਸ਼ਨ ਹੈ, ਸਾਡੀ ਸਾਖੀ ਪਰੰਪਰਾ ਹੈ। ਤੁਸੀਂ ਆਪਣੀ ਕਹਾਣੀ ਨੂੰ ਕਹਿਣ ਲੱਗਿਆ ਸਾਖੀ ਪਰੰਪਰਾ ਦੇ ਨਾਲ ਜ਼ਰੂਰ ਚੱਲਦੇ ਹੋ। ਇਹ ਚੋਣ ਤੁਸੀਂ ਕਿਉਂ ਕੀਤੀ? ਇਹਦੇ ਪਿੱਛੇ ਕੀ ਕਾਰਨ ਹੈ? ਅਸਲ ਵਿੱਚ ਆਪਣੀ ਗੱਲ ਕਰਨ ਵਾਸਤੇ ਅਸੀਂ ਗੁਰਬਾਣੀ ਦੀ ਟੇਕ ਤੋਂ ਸ਼ੁਰੂ ਹੁੰਦੇ ਹਾਂ ਤੇ ਉੱਥੇ ਹੀ ਐਂਡ ਹੁੰਦੇ ਹਾਂ। ਹਰ ਇੱਕ ਐਪੀਸੋਡ ਗੁਰਬਾਣੀ ਤੋਂ ਓਪਨ ਹੁੰਦਾ ਹੈ ਤੇ ਐਂਡ ਵੀ ਗੁਰਬਾਣੀ ਤੇ ਹੀ ਹੁੰਦਾ ਹੈ। ਤੇ ਉਹ ਕਰਨ ਦਾ ਮਕਸਦ ਹੀ ਇਹ ਸੀਗਾ ਕਿ ਅਸੀਂ ਕਿਸੇ ਨੂੰ ਭੁਲੇਖੇ 'ਚ ਨਹੀਂ ਪਾਣਾ ਚਾਹ ਰਹੇ। ਅਸੀਂ ਗੁਰਬਾਣੀ ਤੋਂ ਸ਼ੁਰੂ ਹੋ ਰਹੇ ਹਾਂ, ਵਿਚਕਾਰ ਗੁਰਬਾਣੀ ਹੀ ਮਿਲੇਗੀ, ਔਰ ਗੁਰਬਾਣੀ ਦੇ ਅੰਦਰ ਇੱਕ ਗੁਰੂ ਨਾਨਕ ਸਾਹਿਬ ਦੇ ਸ਼ਬਦ ਮਿਲਣਗੇ ਜਿਹੜੇ ਉਹ ਕਹਿ ਰਹੇ ਨੇ, ਜੋ ਲਿਖਤ ਰੂਪ ਵਿੱਚ ਜਿਹੜੇ ਕੋਲ ਸਾਡੇ ਕੋਲ ਡਾਕੂਮੈਂਟੇਸ਼ਨਸ ਪਈਆਂ ਨੇ, ਉਹਨਾਂ ਚੋਂ ਕੱਢ ਕੇ ਅਸੀਂ ਦੱਸਦੇ ਹਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਇਹ ਗੱਲ ਕੀਤੀ। ਔਰ ਇੱਕ ਮੇਰੀ ਰੂਹਾਨੀ ਸਫ਼ਰ ਹੈ, ਉਸਦੇ ਵਿੱਚ ਵੀ ਰੂਹਾਨੀ ਸਫ਼ਰ ਜਿਹੜਾ ਅਮਰਦੀਪ ਅੱਜ 550 ਸਾਲ ਬਾਅਦ ਇੱਕ ਐਕਸਪਲੋਰੇਸ਼ਨ ਕਰ ਰਿਹਾ ਹੈ, ਤੇ ਮੇਰੀ ਵੀ ਤੇ ਇੱਕ ਬਿਰਤੀ ਚੱਲ ਰਹੀ ਹੈ ਨਾਲ ਨਾ, ਮੇਰੀ ਵੀ ਤੇ ਇੱਕ ਰੂਹ ਚੱਲ ਰਹੀ ਹੈ ਅੱਜ, ਰਾਈਟ? ਤੇ ਮੇਰੇ ਰੂਹ ਦੇ ਅੰਦਰ ਬੜੇ ਸਵਾਲ ਆਉਂਦੇ ਨੇ, ਆਬਜ਼ਰਵੇਸ਼ਨਸ ਆਉਂਦੀਆਂ ਨੇ, ਮੈਂ ਦੇਖਣਾ ਕੁਝ ਚੀਜ਼ਾਂ, ਕਿਧਰੇ ਦੁੱਖ ਹੁੰਦਾ ਹੈ, ਕਿਧਰੇ ਖੁਸ਼ੀ ਹੁੰਦੀ ਹੈ, ਕਿਧਰੇ ਸਵਾਲ ਆਉਂਦੇ ਨੇ, ਤੇ ਉਸ ਚੀਜ਼ ਨੂੰ ਵੀ ਅਸੀਂ ਗੁਰੂ ਨਾਨਕ ਦੇ ਸ਼ਬਦਾਂ ਦੇ ਰਾਹੀਂ ਹੀ ਪੜਚੋਲ ਰਹੇ ਹਾਂ। ਅਸੀਂ ਕੋਈ ਆਪਣੇ ਜਜਮੈਂਟਸ ਨਹੀਂ ਦੇ ਰਹੇ ਹਾਂ, ਤੇ ਪੂਰੀ ਗੁਰਬਾਣੀ ਦੇ ਬੇਸ ਤੇ ਹੀ ਸੀਰੀਜ਼ ਹੈਗੀ। ਲੇਕਿਨ ਗੱਲ ਇਹ ਆਂਦਾ ਹੈ ਕਿ ਇੱਕ ਹਿਸਟੋਰੀਕਲ ਦਸਤਾਵੇਜ਼ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਬਾਅਦ, 551 ਇਅਰਸ ਦੇ ਬਾਅਦ ਇੱਕ ਪੇਸ਼ ਕਰ ਰਹੇ ਹੋ, ਇੱਕ ਉਹਨਾਂ ਦਾ ਪੂਰਾ ਜੀਵਨ ਦਾ ਹਿਸਟੋਰੀਕਲ ਡਾਕੂਮੈਂਟੇਸ਼ਨ। ਤੇ ਕਿੱਥੋਂ ਸ਼ੁਰੂ ਕਰੋਗੇ ਤੇ ਕਿੱਥੇ ਖਤਮ ਕਰੋਗੇ? ਤੁਸੀਂ ਕਿਹਾ ਤੁਸੀਂ ਜਨਮ ਸਾਖੀਆਂ ਦਾ ਪੜਚੋਲ ਲਿਆ, ਹੋਰ ਕਿਸ ਚੀਜ਼ ਦਾ ਤੁਸੀਂ ਪੜਚੋਲ ਲੋਗੇ? ਮੈਨੂੰ ਗੱਲ ਦੱਸੋ। ਗੁਰਬਾਣੀ ਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਨੇ ਕੋਈ ਚੀਜ਼ ਲਿਖੀ ਨਹੀਂ ਆਪਣੀ ਜ਼ਿੰਦਗੀ ਦੇ ਬਾਰੇ ਚ। ਗੁਰੂ ਨਾਨਕ ਸਾਹਿਬ ਜੀ ਦੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਸਿਰਫ ਸਾਨੂੰ ਰੂਹਾਨੀ ਗੱਲਾਂ ਦੱਸੀਆਂ ਨੇ, ਤੇ ਜਦੋਂ ਉਹ ਅਗਰ ਨੇੜੇ ਵੀ ਜਾਂਦੇ ਨੇ ਕੋਈ ਚੀਜ਼ ਦੇ, ਅਗਰ ਫਿਜ਼ੀਕਲ ਜਗ੍ਹਾ ਦੇ ਉੱਤੇ, ਤੇ ਫਿਜ਼ੀਕਲ ਜਗ੍ਹਾ ਵੀ ਨਹੀਂ ਦੱਸਦੇ ਨੇ। ਅਗਰ ਜਿਸ ਤਰ੍ਹਾਂ ਉਹਨਾਂ ਦਾ ਜ਼ਿਕਰ ਆਂਦਾ ਹੈ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਬਿਲਕੁਲ ਹੈ ਨਾ, ਖੁਰਾਸਾਨ ਦਾ ਜ਼ਿਕਰ ਆ ਗਿਆ, ਜਿਹੜਾ ਅੱਜ ਦਾ ਤੁਸੀਂ ਸੈਂਟਰਲ ਏਸ਼ੀਅਨ ਇਲਾਕਾ ਲੈ ਲਓ, ਤੇ ਹਿੰਦੁਸਤਾਨ ਉਸ ਜ਼ਮਾਨੇ 'ਚ ਜਿਹੜਾ ਇੱਕ ਇੰਡੀਅਨ ਕਲਚਰ ਜਿਹੜਾ ਸੀਗਾ, ਜਿਹੜਾ ਕਿ ਸਿੰਧੂ ਦਰਿਆ ਦੇ ਈਸਟ ਵਿੱਚ ਸੀਗਾ, ਉੱਥੇ ਖੁਰਾਸਾਨ ਖਸਮਾਨਾ ਕੀਆ, ਉਹਨੂੰ ਖਤਮ ਕਰਕੇ ਬਾਬਰ ਆਇਆ ਹੈ ਹੁਣ ਇਹ ਇੰਦੂ ਦਰਿਆ ਦੇ ਇਸ ਪਾਸੇ। ਲੇਕਿਨ ਤੁਹਾਨੂੰ ਇਹ ਤੇ ਨਹੀਂ ਦੱਸਿਆ ਕਿ ਕਿੱਥੇ ਮਿਲੇ ਸਨ ਨਾ। ਇਹ ਤੇ ਨਹੀਂ ਕਹਿੰਦੇ ਕਿ ਅਹਿਮਦਾਬਾਦ ਵਿੱਚ ਮੈਂ ਮਿਲ ਰਿਹਾ, ਤੇ ਅਹਿਮਦਾਬਾਦ ਦੇ ਅੰਦਰ ਚੱਕੀ ਸਾਹਿਬ ਗੁਰਦੁਆਰਾ ਹੈਗਾ। ਤੁਹਾਨੂੰ ਕਿਸ ਨੇ ਦੱਸਿਆ ਕਿ ਅਹਿਮਦਾਬਾਦ ਸਾਹਿਬ ਵਿੱਚ ਮਿਲੇ ਸੀਗੇ? ਗੁਰਬਾਣੀ 'ਚ ਤੇ ਨਹੀਂ ਦੱਸਿਆ ਨਾ। ਬਿਲਕੁਲ। ਤੇ ਫਿਰ ਅਸੀਂ ਕਿੱਥੋਂ ਸ਼ੁਰੂ ਕਰੀਏ? ਤੇ ਫਿਰ ਗੱਲ ਇਹ ਆਂਦੀ ਹੈ, ਤੁਹਾਡੇ ਕੋਲ ਤਾਂ ਕੋਈ ਹੋਰ ਟੈਕਸਟ ਹੈ ਹੀ ਨਹੀਂ। ਤੁਸੀਂ ਫਿਰ ਅੱਜ WhatsApp ਯੂਨੀਵਰਸਿਟੀ ਦਾ ਟੈਕਸਟ ਲੈ ਲਓ, Facebook ਯੂਨੀਵਰਸਿਟੀ ਦਾ ਟੈਕਸਟ ਲੈ ਲਓ, ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਤੁਸੀਂ USA ਵੀ ਪਹੁੰਚਾ ਦਿਓ। ਇੱਕ YouTube ਤੇ ਇੱਕ ਵੀਡੀਓ ਹੈ, ਗੁਰੂ ਨਾਨਕ ਇਨ USA, ਇਨ ਅਮਰੀਕਾ। ਉਹ ਤੇ ਜਿੱਥੇ ਸਿੱਖ ਜਾ ਰਿਹਾ ਅੱਜ ਨਾਰਥ ਪੋਲ ਪਹੁੰਚ ਜਾਏਗਾ, ਤੇ 10 ਸਾਲ ਬਾਅਦ ਉੱਥੇ ਵੀ ਗੁਰੂ ਨਾਨਕ ਸਾਹਿਬ ਆ ਜਾਣਗੇ। ਉਹ ਤੇ ਤੁਹਾਡੇ ਮਨ ਦੀ ਗੱਲ ਹੈ ਨਾ। ਬਿਲਕੁਲ। ਤੇ ਫਿਰ ਤੁਸੀਂ ਕਿੱਥੋਂ ਸ਼ੁਰੂ ਕਰੋਗੇ? ਤੁਸੀਂ ਅੱਜ ਮਾਡਰਨ ਹਿਸਟੋਰੀਅਨਸ ਦੀ ਗੱਲ ਲਓਗੇ? ਇਤਨੇ तमाम ਦਸਤਾਵੇਜ਼ ਲਿਖੇ ਨੇ, ਇਤਨੀ तमाम ਬੁੱਕਸ ਮਿਲੀਆਂ ਨੇ, ਇਤਨਾ ਕਨਫਿਊਜ਼ਨ ਹੈਗਾ ਜੀ, ਕਿ ਜਿੱਥੇ ਨਾ ਨਾਨਕਿੰਗ ਵਿੱਚ ਅਗਰ ਨਾਨਕ ਦੇ ਮਿਲਦੇ ਜੁਲਦੇ ਕੋਈ ਨਾਂ ਆ ਗਿਆ, ਤੇ ਗੁਰੂ ਨਾਨਕ ਸਾਹਿਬ ਉੱਥੇ ਹੀ ਪਹੁੰਚ ਗਏ। ਅਮਰਦੀਪ ਜੀ ਥੋੜਾ ਜਿਹਾ ਇਹ ਜ਼ਰੂਰ ਸਮਝਾਓ। ਇੱਕ ਮਿੰਟ ਗੱਲ ਇਸ ਤੋਂ ਮੈਂ ਮੁਕਾ ਦਾਂ। ਤੇ ਗੱਲ ਇਹ ਹੈ ਕਿ ਤੁਸੀਂ ਕਿੱਥੋਂ ਸ਼ੁਰੂ ਕਰੋਗੇ? ਹੁਣ ਤੁਸੀਂ, ਤੁਹਾਡੇ ਕੋਲ ਡਾਕੂਮੈਂਟੇਸ਼ਨ ਸਿਰਫ अर्लीस्ट जन्म साखी ट्रेडिशंस भी हैं, सिर्फ वही ने, उथों शुरू करना पेगा। लेकिन समझन दी गल है, ਤੁਸੀਂ ਅੱਜ ਤੁਸੀਂ ਜਨਮ ਸਾਖੀਆਂ ਨੂੰ ਮਿਥਿਆਸ ਕਹਿ ਕੇ ਸੁੱਟ ਨਹੀਂ ਸਕਦੇ। ਤੁਹਾਡੇ ਕੋਲ ਉਹ ਇੰਗਲਿਸ਼ ਦਾ ਟਰਮੀਨੋਲੋਜੀ ਹੈ ਨਾ, ਕਿ ਯੂ ਕਾਂਟ ਥਰੋ ਦ ਬੇਬੀ ਵਿਦ ਦ ਬਾਥਟਬ। ਤੁਸੀਂ ਮਾਂ ਨੂੰ, ਬੱਚੇ ਨੂੰ ਨਹਾਉਣਾ ਸੀਗਾ ਤਾਂ ਪਾਣੀ ਸੁੱਟਣਾ ਸੀਗਾ, ਤੁਸੀਂ ਪਾਣੀ ਤੇ ਬੱਚੇ ਨੂੰ ਉਠਾ ਕੇ ਟਬ ਦੇ ਨਾਲ ਹੀ ਸੁੱਟ ਦਿੱਤਾ ਜੀ। ਇਹ ਤੇ ਨਹੀਂ ਕਰ ਸਕਦੇ ਨਾ। ਤੇ ਤੁਹਾਡੇ ਕੋਲ ਤੇ ਜਿਹੜਾ ਇੱਕ ਦਸਤਾਵੇਜ਼ ਪਿਆ ਹੋਇਆ ਹੈ,
बेशक मैं एक ऑथर हाँ, मैं लॉस्ट हेरिटेज द सिख लेगेसी इन पाकिस्तान दी 2 बुक्स लिखियां ने पाकिस्तान च सफर करके, ते मैनू पता है हरप्रीत जी कि मैं किथे कोई गलती कर गया एज ऑथर, मैनू पता है, लेकिन मैं लिख गया जो वो आज वो डॉक्यूमेंटेशन हो गई, लेकिन ਜਿਹੜਾ ਲਿਖਣ ਦਾ ਰੂਪ ਹੈ ਉਹ ਮੇਰਾ ਰੂਪ ਹੈਗਾ ਨਾ, मैं उसको एक अपने इमोशन के हिसाब ਨਾਲ लिख रहा, राइट। ਤੇ आज तो 100 साल बाद जो पढ़ेगा ये तो नहीं कह सकता कि सारा कुछ गलत लिख गया, 99% ਤੇ ਕੁਝ या 98% ਤੇ ਇਸਨੇ ਸਹੀ ਲਿਖਿਆ ਹੀ ਹੈ ਨਾ। ਤੇ ਗੁਰੂ ਨਾਨਕ ਸਾਹਿਬ ਦੇ 65 ਸਾਲ ਬਾਅਦ ਭਾਈ ਗੁਰਦਾਸ ਜੀ ਤੁਹਾਨੂੰ ਲਿਖ ਰਹੇ ਨੇ, ਤੁਸੀਂ ਭਾਈ ਗੁਰਦਾਸ ਜੀ ਨੂੰ ਡਾਊਟ ਕਰ ਲਓ, ਉਹ ਤੇ ਕਹਿ ਰਹੇ ਨੇ ਕਿ ਭਾਈ ਚਲੇ ਨੇ ਮੱਕਾ ਬਗਦਾਦ ਸੁਮੇਰ ਪਰਬਤ, ਉਹ ਗੱਲ ਕਰ ਰਹੇ ਨੇ ਚਲੇ ਨੇ, ਔਰ ਉਹ ਗੱਲ ਇਹ ਵੀ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਚਲੇ ਨੇ, ਕੋਈ ਬਾਲਾ ਨਹੀਂ ਚਲਿਆ ਨਾਲ, ਸਿਰਫ 2 ਸ਼ਖਸ ਚਲੇ ਨੇ। ਤੇ ਫਿਰ ਤੁਸੀਂ 165 ਇਅਰਸ ਤੋਂ ਲੈ ਕੇ 180 ਇਅਰਸ ਤੱਕ ਦਾ ਤੁਸੀਂ ਟੈਕਸਟ ਪੜੋ, ਜਿਹੜੇ ਕਿ ਜੋ ਅਸੀਂ ਕਹਿੰਦੇ ਆ ਜਨਮ ਸਾਖੀ ਟ੍ਰੈਡੀਸ਼ਨ, ਸਿਹਾ ਉੱਪਲ, ਮਿਹਰਬਾਨ ਜਨਮ ਸਾਖੀ, B40, ਕੋਲ ਬਰੂਕਸ, ਰਫੀਸਾਬਾਦ ਜੋ ਅੰਗਰੇਜ਼ ਲੈ ਗਏ, ਇਹਨਾਂ ਦਾ ਤੁਸੀਂ ਸੰਗ੍ਰਹਿ ਬਣਾਓ। 180 ਸਾਲ ਤੱਕ ਦਾ ਜਿਹੜਾ ਸੰਗ੍ਰਹਿ ਬਣਦਾ ਹੈ ਉਹਦੇ ਅੰਦਰ ਸਿਰਫ 2 ਸ਼ਖਸ ਚੱਲ ਰਹੇ ਨੇ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ, ਔਰ ਨਾਲ ਹੀ ਤੁਸੀਂ ਉਸ ਇਲਾਕੇ ਨੂੰ ਅਗਰ ਸਮੇਟ ਕੇ, ਉਹਨਾਂ ਦੇ ਵਿੱਚ ਵੇਰੀਐਂਸਿਸ ਵੀ ਨੇ, ਫਰਕ ਵੀ ਹੈ ਉਹਨਾਂ ਦੇ ਅੰਦਰ, ਲੇਕਿਨ ਬਹੁਤ ਚੀਜ਼ਾਂ ਮਿਲਦੀਆਂ ਨੇ। ਔਰ ਤੁਹਾਨੂੰ ਜਿਸ ਤਰ੍ਹਾਂ ਮਿਹਰਬਾਨ ਜਨਮ ਸਾਖੀ ਦੇ ਅੰਦਰ ਅਸੀਂ ਗੁਰੂ ਸਾਹਿਬ ਦੀ ਸਕਸੈਸ਼ਨ ਦੇ ਇਸ਼ੂ ਦੇ ਕਰਕੇ ਅਸੀਂ ਮਿਹਰਬਾਨ ਜਨਮ ਸਾਖੀ ਨੂੰ ਪਰੇ ਕਰਤਾ, ਸਭ ਤੋਂ ਜ਼ਿਆਦਾ ਤੁਹਾਨੂੰ ਜਿਹੜੀ ਗੁਰਬਾਣੀ ਦੀ ਰੈਫਰੈਂਸ ਮਿਲਦੀ ਹੈ ਤੁਹਾਨੂੰ ਉਸ ਦਸਤਾਵੇਜ਼ ਤੋਂ ਮਿਲਦਾ ਹੈ, ਜਨਮ ਸਾਖੀ ਦੇ ਜਿਹੜਾ ਮਿਹਰਬਾਨ ਜਨਮ ਸਾਖੀ ਤੋਂ। ਤੇ ਮੈਂ ਤੇ ਕਿਸੇ ਚੀਜ਼ ਨੂੰ ਸੁੱਟ ਨਹੀਂ ਸਕਦਾ, ਅਸੀਂ ਸਾਰਾ ਉਸਦਾ ਸੰਗ੍ਰਹਿ ਬਣਾ ਕੇ ਇਕੱਠਾ ਕਰਨਾ ਹੈ, ਉਹਨੂੰ ਸਮਝ ਕੇ ਅਸੀਂ ਫਿਰ ਇੱਕ ਮੈਪਿੰਗ ਕਰਨੀ ਹੈ। ਤੇ ਜਦੋਂ ਉਸ ਸੰਗ੍ਰਹਿ ਨੂੰ ਤੁਸੀਂ ਅੱਗੇ ਰੱਖਦੇ ਹੋ ਤੇ ਤੁਹਾਡੇ ਕੋਲ 2-3 ਚੀਜ਼ਾਂ ਆਉਂਦੀਆਂ ਨੇ, ਭਾਈ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਹੀ ਚੱਲ ਰਹੇ ਨੇ। 185 ਸਾਲ ਤੋਂ ਬਾਅਦ ਜਿਹੜੇ ਟੈਕਸਟ ਆ ਰਹੇ ਨੇ ਉਹਦੇ ਅੰਦਰ ਤੀਜਾ ਸ਼ਖਸ ਆ ਜਾਂਦਾ ਹੈ, ਉਸ ਤੋਂ ਬਾਅਦ ਸਫ਼ਰ ਵੀ ਹੋਰ ਵੱਧਦਾ ਜਾਂਦਾ ਹੈ। ਅੱਜ ਦੇ ਜ਼ਮਾਨੇ 'ਚ ਸਫ਼ਰ ਵੱਧਦਾ ਹੀ ਗਿਆ, ਤੇ ਪੁਰਾਣੇ ਟਾਈਮ ਦੇ ਨਾਲ ਤੁਸੀਂ ਅਗਰ ਸੰਗ੍ਰਹਿ ਬਣਾ ਕੇ ਅੱਗੇ ਰੱਖੋ ਤੇ ਉਹ ਅੱਜ ਦਾ ਇਲਾਕਾ ਜਿਹੜਾ ਹੈ 9 ਮੁਲਕਾਂ 'ਚ ਵੰਡਿਆ ਹੋਇਆ ਹੈ। 9 ਮੁਲਕ ਕਿਹੜੇ ਨੇ? ਪਾਕਿਸਤਾਨ, ਅਫਗਾਨਿਸਤਾਨ, ਇਰਾਕ, ਈਰਾਨ, ਸਾਊਦੀ ਅਰੇਬੀਆ, ਇੰਡੀਆ, ਤਿੱਬਤ, ਬੰਗਲਾਦੇਸ਼ ਔਰ ਸ਼੍ਰੀਲੰਕਾ। ਹੁਣ ਇਸ ਤੋਂ ਇਲਾਵਾ ਤੁਸੀਂ ਕਹੋ ਕਿ ਗੁਰੂ ਨਾਨਕ ਸਾਹਿਬ ਤੇ ਹੁਣ ਇੰਡੀਆ ਦੇ ਅੰਦਰ ਹੀ ਅਗਰ ਤੁਸੀਂ ਕਹੋ ਕਿ ਅੱਜ ਇੰਡੋ ਚਾਈਨਾ ਬਾਰਡਰ ਦੇ ਲਾਗੇ ਜਿੱਥੇ ਪੰਜਾਬੀ ਆਰਮੀ ਇੰਡੀਅਨ ਸਿੱਖ ਰੈਜੀਮੈਂਟ ਪੋਸਟਡ ਹੋਈ ਹੈ, 10 ਸਾਲ ਬਾਅਦ ਇੱਕ ਸਰਵ ਧਰਮ ਸਥਲ ਜਿਹੜਾ ਖੁੱਲਦਾ ਹੈ, 10 ਸਾਲ ਬਾਅਦ ਗੁਰੂ ਨਾਨਕ ਸਾਹਿਬ ਉੱਤੇ ਪਹੁੰਚ ਜਾਂਦੇ ਨੇ। ਹੁਣ ਅਸੀਂ ਉਹਨਾਂ ਬਟਸ ਐਂਡ ਇਫਸ ਵਿੱਚ ਨਹੀਂ ਜਾ ਰਹੇ ਹਾਂ, ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ 9 ਮੁਲਕਾਂ 'ਚ ਚੱਲੇ ਨੇ, ਇਹਨਾਂ 9 ਮੁਲਕਾਂ ਦਾ ਅਸੀਂ ਸੰਗ੍ਰਹਿ ਬਣਾ ਕੇ ਉਹਨਾਂ ਮਲਟੀ ਫੇਥ ਸਾਈਟਸ ਦੇ ਅੰਦਰ ਜਾ ਕੇ, ਔਰ ਅੱਜ ਵੀ ਅਗਰ ਤੁਸੀਂ ਦੇਖ ਲਓ ਗੁਰੂ ਨਾਨਕ ਸਾਹਿਬ ਦਾ ਸਾਰਾ ਫੋਕਸ ਸਿੱਖ ਜਗਤ ਦੇ ਅੰਦਰ ਇਹੀ ਹੈ ਕਿ ਗੁਰਦੁਆਰੇ ਜਾ ਕੇ ਗੁਰੂ ਨਾਨਕ ਭਾਈ ਸਾਹਿਬ ਤੁਹਾਨੂੰ ਦੱਸਣਗੇ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ। ਨਹੀਂ, ਗੁਰੂ ਨਾਨਕ ਸਾਹਿਬ ਤੇ ਉੱਥੇ ਨਹੀਂ ਆਏ ਸਨ, ਤੁਸੀਂ ਜ਼ਮੀਨ ਖਰੀਦੀ ਹੈ ਬਾਅਦ ਵਿੱਚ, ਤੁਸੀਂ ਗੁਰਦੁਆਰਾ ਬਣਾਇਆ ਉੱਥੇ। ਗੁਰਦੁਆਰਾ ਗੁਰੂ ਨਾਨਕ ਸਾਹਿਬ ਤੇ ਉਹਨਾਂ ਮਲਟੀ ਫੇਥ ਸਾਈਟਸ ਵਿੱਚ ਗਏ ਨੇ। ਅਗਰ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਹੈ ਤੁਸੀਂ ਉਹਨਾਂ ਮਲਟੀ ਫੇਥ ਸਾਈਟਸ ਜਾਣਾ ਹੋਏਗਾ। ਤੇ ਲਾਸਟ ਚੀਜ਼ ਮੈਂ ਇਸ ਤੇ ਕਹਿਣਾ ਕਿ ਉसी ਸੰਗ੍ਰਹਿ ਦੇ ਅੰਦਰ ਸਿਰਫ ਫਿਜ਼ੀਕਲ ਸਾਈਟਸ, ਮਲਟੀ ਫੇਥ ਸਾਈਟਸ ਦੀ ਗੱਲ ਨਹੀਂ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਸ਼ਬਦਾਂ ਦੀ ਇੱਕ ਸੰਗ੍ਰਹਿ ਬਣਦਾ ਹੈ। 150 ਤੋਂ ਉੱਪਰ ਤੇ ਮਲਟੀ ਫੇਥ ਸਾਈਟਸ ਨੇ 9 ਮੁਲਕਾਂ ਦੇ ਅੰਦਰ, ਉਸ ਦੇ ਉੱਪਰ 150 ਤੋਂ ਉੱਪਰ 160 170 ਦੇ ਉੱਪਰ ਦੇ ਸ਼ਬਦ ਹੈਗੇ ਤੇ ਉਹਨਾਂ ਦਾ ਤੁਸੀਂ ਸੰਗ੍ਰਹਿ ਮਿਲਾ ਕੇ ਇੱਕ ਦਸਤਾਵੇਜ਼ ਖੜਾ ਕਰ ਰਹੇ ਹੋ, ਤੁਸੀਂ ਇੱਕ ਐਲੇਗਰੀ ਟੈਪਿਸਟਰੀ ਗੁਰੂ ਨਾਨਕ ਸਟਾਈਲ ਬਣਾ ਰਹੇ ਹੋ। ਮੈਂ ਕਹਿਣਾ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਗਲਤੀਆਂ ਵੀ ਕਰਾਂਗੇ ਬੜੀ, ਬਿਲਕੁਲ ਮੈਂ ਇਹ ਨਹੀਂ ਕਹਿਣਾ ਅਸੀਂ ਕੋਈ ਪਰਫੈਕਟ ਚੀਜ਼ ਬਣਾ ਰਹੇ ਹਾਂ, ਲੇਕਿਨ ਅਸੀਂ ਅਗਰ ਮੈਂ ਗਲਤੀ ਕਰ ਵੀ ਰਹੇ ਹਾਂ ਤੇ ਗੁਰਬਾਣੀ ਸਾਡੀ ਟੇਕ ਹੈ, ਗੁਰਬਾਣੀ ਸਾਨੂੰ ਉਸ ਪਲੜੇ ਤੇ ਲੈ ਕੇ ਜਾਏਗੀ। ਕੁਝ ਸਮਝਿਆ ਤੇ ਹੈ, ਚਲੋ ਬੇਸ਼ੱਕ ਇਨਸਾਨ ਨੇ ਗਲਤੀ ਕਰ ਦਿੱਤੀ, ਲੇਕਿਨ ਮੈਂ ਗੁਰਬਾਣੀ ਦੇ ਥਰੂ ਕੁਝ ਸਿੱਖਿਆ ਤੇ ਹਾਂ। ਬਿਲਕੁਲ ਬਿਲਕੁਲ ਅਮਰਦੀਪ ਜੀ, ਵਿਰਾਸਤ ਇਹੋ ਹੁੰਦੀ ਆ ਕਿ ਜੋ ਤੁਸੀਂ ਕੀਤਾ ਤੁਹਾਡੇ ਰੈਫਰੈਂਸ ਤੋਂ ਕੋਈ ਅਗਲਾ ਤੁਰੇਗਾ ਤੇ ਉਹਦੇ ਕੋਲ ਇੱਕ ਰੈਫਰੈਂਸ ਹੋਏਗਾ, ਉਹ ਉਸ ਤੋਂ ਬਿਹਤਰ ਚੀਜ਼ ਬਣਾਏਗਾ, ਅਗਲਾ ਉਸ ਤੋਂ ਬਿਹਤਰ ਬਣਾਏਗਾ। ਥੋੜਾ ਜਿਹਾ ਇਹ ਸਮਝਣ ਦੀ ਲੋੜ ਹੈ, ਇਹ ਸਮਝਾਓ ਕਿ ਇਸ ਦੌਰ ਦੀ ਮਾਡਰਨ ਐਜੂਕੇਸ਼ਨ ਦੀ ਇੱਕ ਆਪਣੀ ਰਿਸਰਚ ਮੈਥੋਡੋਲੋਜੀ ਹੈ, ਉਹਦਾ ਹਿਸਟਰੀ ਨੂੰ ਵੇਖਣ ਦਾ ਇੱਕ ਆਪਣਾ ਤਰੀਕਾ ਆ, ਉਸ ਦੇ ਵਿੱਚ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਰੱਦ ਵੀ ਕਰ ਦਿੰਦੇ ਨੇ। ਜਨਮ ਸਾਖੀ ਪਰੰਪਰਾ, ਓਰਲ ਟ੍ਰੈਡੀਸ਼ਨ ਤੇ ਮਾਡਰਨ ਹਿਸਟਰੀ ਦੋਵਾਂ ਦੇ ਵਿੱਚ ਫਰਕ ਦੇ ਵਿੱਚ ਅਸੀਂ ਜਨਮ ਸਾਖੀ ਨੂੰ ਸਮਝਣਾ ਬਿਹਤਰ ਜ਼ਰੂਰੀ ਕਿਉਂ ਹੈ ਤੇ ਇਹਨੂੰ ਮਾਡਰਨ ਹਿਸਟੋਰੀਅਨ ਕਿਉਂ ਇਹਨੂੰ ਨਾਲ ਲੈ ਕੇ ਚੱਲਣ? ਚਲੋ ਮੈਂ ਤੁਹਾਨੂੰ ਇੱਕ ਬਹੁਤ ਚੰਗਾ ਸਵਾਲ ਕੀਤਾ ਤੁਸੀਂ। ਫਿਰ ਗੱਲ ਆ ਜਾਂਦੀ ਹੈ ਐਲੇਗਰੀ ਦੀ, ਬਿਲਕੁਲ ਕਿਸੇ ਇੱਕ ਰੁੱਝੀ ਹੋਈ ਗੱਲ ਨੂੰ ਸਮਝਣ ਦੀ ਨਾ। ਦੇਖੋ ਤੁਸੀਂ ਸੁੱਟ ਦੋ, ਤੁਸੀਂ ਬੇਬੀ ਤੇ ਬਾਅਦ ਤੁਸੀਂ ਬੇਬੀ ਨੂੰ ਨਹਾਉਣ ਵਾਸਤੇ ਲੈ ਕੇ ਗਏ ਸੀ ਕਿ ਟੱਬ ਦੇ ਅੰਦਰ ਬਿਠਾਇਆ ਤੇ ਤੁਸੀਂ ਪਾਣੀ ਸੁੱਟਣਾ ਸੀਗਾ, ਨਾਲ ਬੇਬੀ ਨੂੰ ਵੀ ਸੁੱਟ ਦੋ, ਸਾਰਾ ਕੁਝ ਸੁੱਟ ਦੋ, ਫਿਰ ਬਚਿਆ ਕੀ? ਫਿਰ ਤਾਂ ਬਚਿਆ ਕੀ? ਫਿਰ ਤਾਂ ਕੁਝ ਨਹੀਂ ਬਚਿਆ ਨਾ।
ਅਗਰ ਤੁਹਾਡੀ ਕੈਪੇਬਿਲਿਟੀ ਨਹੀਂ ਹੈ, ਤੁਹਾਡੀ ਅਗਰ ਉਸ ਚੀਜ਼ ਨੂੰ ਸਮਝਣ ਦੀ ਮਾਈਂਡ ਦੇ ਅੰਦਰ ਡਿਵੈਲਪਮੈਂਟ ਨਹੀਂ ਹੈ ਜੇ, ਇਹਦਾ ਮਤਲਬ ਤੁਸੀਂ ਜਜਮੈਂਟ ਨਾ ਪਾਸ ਕਰੋ ਕਿ ਇਹ ਬੇਕਾਰ ਦੀ ਚੀਜ਼ ਹੈ। ਕਿਉਂਕਿ ਸਾਡੇ ਨਾਨਕ ਨਾਮ ਲੇਵਾ, ਨਾਨਕ ਪ੍ਰੇਮੀ ਨਹੀਂ ਕਿਸੇ ਨੇ ਲਿਖੀ ਹੈ ਨਾ, ਗਲਤ ਲਿਖੀ ਹੋਏਗੀ, ਉਹ ਵੀ ਇਨਸਾਨ ਹੈ ਜੀ, ਲੇਕਿਨ ਉਹਦੇ ਹਰ ਇਨਸਾਨ ਦੇ ਕੰਮ ਦੇ ਅੰਦਰ ਕੁਝ ਹੁੰਦਾ ਹੈ ਛੁਪਿਆ ਹੈ। ਇਹ ਤੁਹਾਡਾ ਕੰਮ ਹੈ ਇਸ ਨੂੰ ਸਮਝਣਾ ਤੇ ਉਸ ਨੂੰ ਨਿਖੇਰਨਾ ਤੇ ਉਸ ਨੂੰ ਕੱਢਣਾ, ਉਸ ਚੋਂ ਚੀਜ਼ ਨੂੰ ਕੱਢਣਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਣਾ। ਦੇਖੋ, ਐਲੇਗਰੀ ਨੂੰ ਅਸੀਂ ਉਹਨੂੰ ਨਿਖਾਰ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਡਾਕੂ ਸੀਰੀਜ਼ ਦੇ ਅੰਦਰ ਜੀ। ਹੁਣ ਮੈਂ ਇੱਕ ਜਗ੍ਹਾ ਲੈ ਕੇ ਜਾਣਾ ਤੁਹਾਨੂੰ, ਆਸਾ ਦੇਸ਼। ਹੁਣ ਆਸਾ ਦੇਸ਼ ਕਿੱਥੇ ਹੈ? ਈਸਟ ਇੰਡੀਆ ਚ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਆਸਾ ਦੇਸ਼ ਗਏ। ਆਸਾ ਦੇਸ਼ ਅੱਜ ਦਾ ਜਿਹੜਾ ਅਸਾਮ ਦਾ ਇਲਾਕਾ, ਐਗਜ਼ੈਕਟਲੀ ਅਸਾਮ ਦਾ ਇਲਾਕਾ ਤੇ ਨਹੀਂ ਹੈ, ਉਸ ਤੋਂ ਵੱਡਾ ਪੂਰਾ ਇਲਾਕਾ ਜਿਹੜਾ ਆਸਾ ਦੇਸ਼ ਸੀਗਾ ਈਸਟ ਇੰਡੀਆ ਦੇ ਅੰਦਰ, ਜਿਹਦਾ ਇੱਕ ਅੰਸ਼ ਅੱਜ ਅਸਾਮ ਹੈਗਾ। ਹੁਣ ਉੱਥੇ ਉਸ ਜ਼ਮਾਨੇ ਵਿੱਚ, ਹੁਣ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਨਾਥ ਪ੍ਰਥਾ ਤੇ ਬਹੁਤ ਵੱਡੀ ਪ੍ਰਥਾ ਸੀਗੀ। ਪੰਜਾਬ, ਅਫਗਾਨਿਸਤਾਨ, ਪਾਕਿਸਤਾਨ, ਇੰਡੀਆ ਔਰ ਨੇਪਾਲ ਤੱਕ ਵੱਡੀ ਪ੍ਰਥਾ ਸੀਗੀ। ਲੇਕਿਨ ਆਸਾ ਦੇਸ਼ ਦੇ ਅੰਦਰ ਤਾਂਤਰਿਕ ਪ੍ਰੈਕਟਿਸਿਸ ਬਹੁਤ ਜ਼ਿਆਦਾ ਮੰਨੀ ਜਾਂਦੀਆਂ ਸੀਗੀਆਂ। ਉੱਥੇ ਨਾਥ ਇਨਫਲੂਐਂਸ ਘੱਟ ਸੀਗਾ, ਉੱਥੇ ਤਾਂਤਰਿਜ਼ਮ ਦਾ ਇਨਫਲੂਐਂਸ ਜ਼ਿਆਦਾ ਸੀਗਾ, ਜਿਹਨੂੰ ਅਸੀਂ ਸ਼ੈਵਿਜ਼ਮ ਦੇ ਅੰਦਰ ਮੰਨਦੇ ਆ। ਸ਼ੈਵਾਈਟ ਵਰਸ਼ਿਪ ਦੇ ਅੰਦਰ, ਸ਼ਿਵ ਭਗਤੀ ਦੇ ਅੰਦਰ ਫੈਮਿਨਿਨ ਫੋਰਸ, ਸ਼ਿਵ ਭਗਤੀ ਦੇ ਨਾਲ ਜਿਹੜੀ ਫੈਮਿਨਿਨ ਫੋਰਸ, ਜਿਹੜੀ ਇੱਕ ਲੇਡੀ, ਇੱਕ ਪਾਵਰ, ਇੱਕ ਵੂਮਨ ਪਾਵਰ ਦਾ ਤਾਂਤਰਿਕ ਐਲੀਮੈਂਟ, ਉਹ ਉੱਥੇ ਬੜਾ ਪ੍ਰੀਵੈਲੈਂਟ ਸੀਗਾ ਜੀ। ਹੁਣ ਜਨਮ ਸਾਖੀ ਆਰਟਵਰਕ ਦੇ ਅੰਦਰ ਇੱਕ ਆਂਦਾ ਹੈ, ਇੱਕ ਆਰਟਵਰਕ ਜਿਹੜੀ ਹੈ ਕਿ ਜਿਹਦੇ ਅੰਦਰ, ਔਰ ਜਨਮ ਸਾਖੀ ਲਿਖਿਆ ਵੀ ਆਂਦਾ ਹੈ, ਜਿਹਦੇ ਕਰਕੇ ਅੱਜ ਦੀ ਜਿਹੜੀ ਪਨੀਰੀ ਔਰ ਅੱਜ ਦੇ ਅਕੈਡਮਿਸ਼ੀਅਨਸ ਨੇ ਉਹਨੂੰ ਰੱਦ ਕਰ ਦੇਣਗੇ ਇਹ ਕਹਿ ਕੇ ਕਿ ਇਹ ਤੇ ਮਿਥਿਆਸ ਹੈ। ਉਹਦੇ ਅੰਦਰ ਇਹ ਹੈ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਆਸਾ ਦੇਸ਼ ਜਾਂਦੇ ਨੇ ਤੇ ਉੱਥੇ ਜਿਹੜੀ ਲੇਡੀਜ਼ ਹੈਗੀਆਂ, ਉਹ ਤਾਂਤਰਿਕ ਇਨਫਲੂਐਂਸ ਦੀ ਵਾਲੀ ਲੇਡੀਜ਼ ਜਿਹੜੀ ਨੇ, ਉਹਨਾਂ ਨੂੰ ਭਾਈ ਮਰਦਾਨਾ ਨੂੰ ਫੜ ਲੈਂਦੀ ਨੇ ਤੇ ਭਾਈ ਮਰਦਾਨਾ ਨੂੰ ਇੱਕ ਬੱਕਰਾ ਬਣਾ ਦਿੰਦੀ ਨੇ। ਤੇ ਨਾਲ ਉਹ ਪੇਂਟਿੰਗ, ਜਿਹੜਾ ਜਿਸਨੇ ਪੇਂਟਿੰਗ ਬਣਾਈ ਹੈ, ਉਸਨੇ ਦਿਖਾਇਆ ਹੈ ਕਿ ਗੁਰੂ ਨਾਨਕ ਸਾਹਿਬ ਲੇਡੀਜ਼ ਨਾਲ ਗੱਲ ਕਰ ਰਹੇ ਨੇ ਤੇ ਥੱਲੇ ਇੱਕ ਬੱਕਰਾ ਖੜਾ ਹੈ ਤੇ ਬੱਕਰੇ ਦੇ ਨਾਲ ਰਬਾਬ ਪਈ ਹੋਈ ਹੈ ਨਾ। ਹੁਣ ਗੱਲ ਇਹ ਆਉਂਦੀ ਹੈ, ਉਹ ਪੇਂਟਿੰਗ ਨੂੰ ਦੇਖੋਗੇ ਤੇ ਭਾਈ ਤੁਸੀਂ ਤੇ ਮੈਂ ਤੇ ਉਹਨੂੰ ਕਹਿ ਦਾਂਗੇ, ਇਨਕਾਰ ਕਰ ਦਾਂਗੇ। ਮੈਂ ਤੇ ਕਾਫੀ ਟਾਈਮ ਤੱਕ ਇਨਕਾਰ ਹੀ ਕਰਦਾ ਰਿਹਾ ਨਾ ਉਸਨੂੰ, ਕਿ ਇਹ ਕਿਸ ਤਰ੍ਹਾਂ ਹੋ ਸਕਦਾ ਯਾਰ, ਤੁਸੀਂ ਕੀ ਕਹਿ ਕੀ ਰਹੇ, ਮਿਥਿਆਸ ਹੈਗਾ। ਹੁਣ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਦਾ ਸ਼ਬਦ ਕੀ ਕਹਿ ਰਿਹਾ ਹੈ? ਉਹ ਗੱਲ ਕਰ ਰਿਹਾ ਹੈ ਕਿ ਇਨਸਾਨ ਦੀ ਜਿਹੜੀ ਮੱਤ ਹੈ ਨਾ, ਰੋਂਗ ਇਨਫਲੂਐਂਸ ਦੇ ਆ ਕੇ ਅੰਦਰ ਇੱਕ ਭੇੜ ਚਾਲ ਵਿੱਚ ਆ ਜਾਂਦੀ ਹੈ। ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਭਾਈ ਮਰਦਾਨਾ ਜੀ ਵੀ ਚੱਲੇ ਨੇ, ਤੇ ਠੀਕ ਹੈ, ਐਜ਼ ਐਨ ਇਨਸਾਨ ਚੱਲੇ ਨੇ, ਦੋਵੇਂ ਐਜ਼ ਇਨਸਾਨ ਹੀ ਨੇ ਨਾ। ਤੇ ਭਾਈ ਮਰਦਾਨਾ ਜੀ ਭੇੜ ਚਾਲ ਵਿੱਚ ਆ ਗਏ ਆਪਣੀ ਮੱਤ ਦੇ ਨਾਲ। ਇੱਕ ਸਭ ਤੋਂ ਵੱਡਾ ਗੁਰੂ ਵੀ ਹੁੰਦਾ ਹੈ, ਅਗਰ ਬਹੁਤ ਪੋਚੀ ਵੀ ਹਸਤੀ ਹੁੰਦੀ ਹੈ, ਕਦੀ ਨਾ ਕਦੀ ਤੇ ਕੁਝ ਆਪਣੀ ਇੰਟੈਲੀਜੈਂਸ ਤੋਂ ਕੁਝ ਚੀਜ਼ ਪਰੇ ਕਰ ਸਕਦਾ ਹੈ ਨਾ। ਇਨਸਾਨ ਤੇ ਇਨਸਾਨ ਹੀ ਹੈ। ਤੇ ਭਾਈ ਮਰਦਾਨਾ ਜੀ ਭੇੜ ਚਾਲ 'ਚ ਆ ਗਏ, ਉਹਨਾਂ ਵੂਮਨ ਦੇ ਪਾਵਰ ਵਿੱਚ ਫਸ ਗਏ, ਤਾਂਤਰਿਕ ਪਾਵਰ ਵਿੱਚ ਫਸ ਗਏ, ਉਹਨਾਂ ਦੀ ਸੋਚਣ ਦੀ ਕੈਪੇਬਿਲਿਟੀ ਘੱਟ ਹੋ ਗਈ। ਭੇੜ ਚਾਲ ਦਾ ਮਤਲਬ ਕੀ ਹੈ? ਇੱਕ ਅੱਗੇ ਭੇੜ ਚੱਲ ਰਹੀ ਹੈ ਤੇ ਉਹਦੇ ਪਿੱਛੇ ਦੂਜੀ ਚੱਲ ਰਹੀ ਹੈ, ਤੀਜੀ ਚੱਲ ਰਹੀ ਹੈ, ਅੱਗੇ ਵਾਲੀ ਜਿੱਥੇ ਜਾਏਗੀ ਉਹਦੇ ਪਿੱਛੇ ਸਾਰੀ ਲਾਈਨ ਚੱਲੇਗੀ। ਭੇੜ ਚਾਲ ਤੇ ਉਹੀ ਹੈ ਨਾ। ਤੇ ਉਹਦੀ ਮੱਤ ਜਿਹੜੀ ਹੈ ਭੇੜ ਬਣ ਗਈ। ਤੇ ਗੱਲ ਤੇ ਸਿਰਫ ਇਹੀ ਹੈ ਨਾ, ਗੁਰਬਾਣੀ ਦੇ ਸ਼ਬਦ ਨਾਲ ਤੁਸੀਂ ਉਹਨੂੰ ਸਮਝੋਗੇ, ਫਿਰ ਕਹੋਗੇ ਯਾਰ ਇਹ ਪੇਂਟਿੰਗ ਦੇ ਅੰਦਰ ਤੇ ਇੱਕ ਆਰਟਿਸਟ ਨੇ ਬਣਾਇਆ ਹੈ ਨਾ ਯਾਰ, ਇੱਕ ਆਰਟਿਸਟ ਦੀ ਕ੍ਰੀਏਟੀਵਿਟੀ ਨੂੰ ਰਿਸਪੈਕਟ ਕਰੀਏ ਨਾ। ਹੁਣ ਮੇਰੀ ਜਿਹੜੀ ਡਾਟਰ ਹੈ, ਸਾਡੀ ਐਲੇਗਰੀ ਦਾ ਜਿਹੜਾ ਥੀਮ ਆਰਟਵਰਕ ਹੈ, ਜਿਹੜੀ ਹਰ ਐਪੀਸੋਡ ਦੇ ਸ਼ੁਰੂ ਚ ਖੁੱਲਦਾ ਪਿਆ, ਜਿਹਦੇ ਅੰਦਰ ਅਸੀਂ ਸਾਡੀ ਡਾਟਰ ਜਿਹੜੀ ਹੈਗੀ, ਉਹਨੇ ਬੈਚਲਰ ਆਫ ਫਾਈਨ ਆਰਟਸ ਕੀਤੀ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ, ਤੇ ਉਹ ਆਰਟਿਸਟ ਹੈਗੀ। ਤੇ ਅਸੀਂ ਉਹਨੂੰ ਕਿਹਾ ਕਿ ਤੈਨੂੰ ਅਸੀਂ ਕਮਿਸ਼ਨ ਕਰਦੇ ਹਾਂ, ਤੂੰ ਇੱਕ ਪੇਂਟਿੰਗ ਬਣਾ ਗੁਰੂ ਨਾਨਕ ਸਾਹਿਬ ਦੀ। ਤੇ ਜਦੋਂ ਅਸੀਂ ਉਹਨੂੰ ਚੀਜ਼ਾਂ ਦਿਖਾਣੀ ਸ਼ੁਰੂ ਕੀਤੀ ਤੇ ਉਹਨੂੰ ਕੁਝ ਵੀ ਚੀਜ਼ ਜਿਹੜੀ ਪਾਸਟ ਪੇਂਟਿੰਗ ਵਿੱਚ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਿਆ। ਜਿਵੇਂ ਅਕਸਰ ਅਸੀਂ ਦਿਖਾਣੇ ਆ ਗੁਰੂ ਨਾਨਕ ਸਾਹਿਬ ਦੀ ਉਦਾਸੀਆਂ, ਇੱਕ ਪੈਰ ਦਿਖਾ ਰਹੇ ਹਾਂ, ਪਹਾੜਾਂ ਦੇ ਉੱਪਰੋਂ ਜਾ ਰਿਹਾ ਹੈ, ਕੁਝ ਹੋਰ ਚੀਜ਼ ਦਿਖਾ ਰਹੇ ਹਾਂ। ਉਹ ਕਹਿੰਦੀ ਹੈ, ਡੈਡ ਆਈ ਡੋਂਟ ਲਾਈਕ ਐਨੀ ਆਫ ਥੀਸ। ਤੇ ਅਸੀਂ ਕਿਹਾ ਕਿ ਤੂੰ ਕੀ ਕਰਨਾ ਚਾਹਨੀ ਹੈ? ਤੇ ਫਲੈਕਸੀਬਿਲਿਟੀ ਦੱਸ, ਵੀ ਡੋਂਟ ਵਾਂਟ ਟੂ ਇੰਪੋਜ਼ ਐਨੀਥਿੰਗ। ਉਹਨੇ ਬੈਠ ਕੇ 24 ਐਪੀਸੋਡ ਦੇਖੇ। ਹੁਣ 24 ਐਪੀਸੋਡ ਉਹਨੇ ਇੱਕ ਸ਼ਖਸ ਨੂੰ ਕੱਢਿਆ, ਹਰ ਇੱਕ ਐਪੀਸੋਡ ਵਿੱਚੋਂ ਕਲਚਰ, ਇਮਾਰਤ, ਨੇਚਰ ਕੱਢ ਕੇ ਉਸਨੇ ਇੱਕ ਕੋਲਾਜ ਬਣਾਇਆ, ਜੋ ਤੁਸੀਂ ਹਰ ਥੀਮ ਵਿੱਚ ਦੇਖਦੇ ਪਿਓ ਉਸਦਾ ਬਣਾਇਆ ਹੋਇਆ। ਅਸੀਂ ਉਸਨੂੰ ਨਹੀਂ ਕਿਹਾ ਸੀਗਾ, ਉਸਨੇ ਇੱਕ ਐਜ਼ ਐਨ ਆਰਟਿਸਟ ਨੇ ਬਣਾਇਆ, ਲੇਕਿਨ ਉਸਨੇ ਖੂਬੀ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਰਸਾਇਆ ਉਸ ਦਿਨ ਤੱਕ। ਉਹ ਕਹਿੰਦੀ ਮੈਂ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਰਸਾਣਾ, ਗੁਰੂ ਨਾਨਕ ਸਾਹਿਬ ਦੇ ਸਫ਼ਰ ਨੂੰ ਇੱਕ ਰਿਵਰ ਆਫ ਲਾਈਫ ਦੇ ਥਰੂ ਮੈਂ ਦਿਖਾਣਾ ਹੈ। ਰਿਵਰ ਆਫ ਲਾਈਫ ਨਨਕਾਣਾ ਸਾਹਿਬ ਇੱਕ ਪਾਸੇ ਹੈ, ਕਰਤਾਰਪੁਰ ਇੱਕ ਪਾਸੇ ਹੈ, ਅੱਗੇ ਸਾਰੇ ਸ਼ਖਸ ਖੜੇ ਨੇ ਜਿਹਦੇ ਅੰਦਰ ਕਬੀਰ ਨੇ, ਜਿਹਦੇ ਅੰਦਰ ਬਾਬਾ ਫਰੀਦ ਨੇ, ਜਿਹਦੇ ਅੰਦਰ ਨਾਥ ਜੋਗੀ ਨੇ, ਜਿਹਦੇ ਅੰਦਰ ਹਰ
ਮਤ ਦੇ ਬੰਦੇ ਨੇ, ਬੌਲ ਜਿਹੜੇ ਬੰਗਾਲ ਦੇ ਬੌਲ ਸਿੰਗਰ ਭਗਤ ਜੈਦੂਬ ਨੂੰ ਮੰਨਣ ਵਾਲੇ ਨੇ, ਉਹ ਇੱਕ ਸੱਜੇ ਪਾਸੇ ਨੇ, ਤੇ ਪਿੱਛੇ ਜਿਹੜੇ ਤੁਹਾਡੀ ਅਲੱਗ-ਅਲੱਗ ਸਾਈਟਸ ਜਿਹੜੀਆਂ ਨੇ, ਜਿਹੜੀ ਮਲਟੀ ਫੇਥ ਸਾਈਟ ਜਿੱਥੇ ਹੋ ਗਏ ਨੇ, ਫਿਰ ਨੇਚਰ ਐਲੀਮੈਂਟਸ, ਤੇ ਇਹ ਉਹਦੇ ਬਣਾਉਣ ਦਾ ਤਰੀਕਾ ਹੈ ਨਾ। ਤੇ ਉਸ ਦੇ ਅੰਦਰ ਅਸੀਂ ਇਫਸ ਐਂਡ ਬਟਸ ਕਰੀਏ ਤੇ ਕੱਢ ਸਕਦੇ ਹੋ ਤੁਸੀਂ, ਲੇਕਿਨ ਬਣਾਇਆ ਤੇ ਉਸੀ ਨੇ ਨਾ, ਉਸਨੂੰ ਸਮਝਣ ਦੀ ਕੋਸ਼ਿਸ਼ ਹੈ ਨਾ। ਬਿਲਕੁਲ, ਗੱਲ ਤੇ ਇਹੀ ਹੈ ਬਸ। ਬੜੀ ਖੂਬਸੂਰਤ ਚੀਜ਼ ਹੈ ਕਿ ਜਿਹੜੀਆਂ ਤੁਹਾਡੀਆਂ ਡਾਕੂਮੈਂਟਰੀਆਂ ਮੈਂ 2 ਵੇਖੀਆਂ ਤੇ ਅੱਗੇ ਵੀ ਆਪਾਂ ਦੇਖਾਂਗੇ, ਉਹਦੇ ਵਿੱਚ ਕੀ ਹੈ ਕਿ ਤੁਸੀਂ ਇੱਕ ਸਾਖੀ ਚੁਣਦੇ ਹੋ, ਫਿਰ ਸਾਖੀ ਦੇ ਹਵਾਲਿਆਂ 'ਚ ਜਾਂਦੇ ਹੋ, ਫਿਰ ਸਾਖੀ ਦੇ ਹਵਾਲਿਆਂ 'ਚ ਸ਼ਹਿਰ ਨੂੰ ਜਾ ਕੇ ਲਿੰਕ ਕਰਦੇ ਹੋ, ਉਹਦੇ ਵਿੱਚ ਤੁਸੀਂ ਦੂਸਰੇ ਕਲਚਰ ਦੇ ਵਿੱਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੀਆਂ ਚੀਜ਼ਾਂ ਦਾ ਨਜ਼ਰੀਆ ਸਮਝਦੇ ਹੋ, ਫਿਰ ਜਾ ਕੇ ਤੁਸੀਂ ਗੁਰਦੁਆਰੇ ਤੱਕ ਪਹੁੰਚਦੇ ਹੋ, ਤੇ ਵਿੱਚ ਨਾਲ ਤੁਸੀਂ ਜਦੋਂ ਗੁਰਬਾਣੀ ਦਾ ਵਿਆਖਿਆ ਹੁੰਦੀ ਹੈ, ਉਸ ਦੇ ਵਿੱਚ ਭਾਈ ਮਰਦਾਨਾ ਦੀ ਪੀੜ੍ਹੀ ਨੂੰ ਸਾਡੇ ਨਾਲ ਮੁਖਾਤਬ ਕਰਾਉਂਦੇ ਹੋ, ਤੁਸੀਂ ਹਰ ਸਖੀਆਂ ਕੋਲ ਜਾਂਦੇ ਹੋ। ਇਸ ਦੇ ਬਾਰੇ ਦੱਸੋ ਕਿ ਇਹ ਨਜ਼ਰੀਆ ਕੀ ਸੀ, ਕਿ ਉਹ ਬਹੁਤ ਖੂਬਸੂਰਤ ਸੀ ਜਦੋਂ ਅਸੀਂ ਹਰ ਸਖੀਆਂ ਨੂੰ ਸੁਣਦੇ ਹਾਂ, ਜਦੋਂ ਅਸੀਂ ਭਾਈ ਮਰਦਾਨਾ ਦੇ ਵਾਰਸਾਂ ਨੂੰ ਸੁਣਦੇ ਹਾਂ। ਤੁਸੀਂ 2 ਸਵਾਲ ਪੁੱਛੇ ਨੇ, ਸਵਾਲ ਤਾਂ ਇੱਕੋ ਹੀ ਪੁੱਛਿਆ, ਲੇਕਿਨ ਜਵਾਬ ਮੈਂ 2 ਪੱਖ ਵਿੱਚ ਦੇਵਾਂਗਾ। ਅਗਰ ਮੈਂ ਭੁੱਲ ਵੀ ਗਿਆ ਤੁਸੀਂ ਮੇਰੇ ਦੂਜੇ ਪੱਖ ਨੂੰ ਫੜ ਲੈਣਾ। ਇੱਕ ਪੱਖ ਹੈਗਾ, ਤੁਸੀਂ ਗੱਲ ਕਰ ਰਹੇ ਹੋ ਐਪੀਸੋਡ 2 ਦੇ ਐਂਡ ਵਿੱਚ ਜਿਹੜੇ ਭਾਈ ਮਰਦਾਨਾ ਦੇ ਔਰ ਸਲੀਮਾ ਦਾ ਸਿੰਗਿੰਗ ਦਾ, ਇਸ ਨੂੰ ਕਿਉਂ ਅਸੀਂ ਲੈ ਕੇ ਆਏ, ਇੱਕ ਪੱਖ ਇਹ ਹੈ ਸਵਾਲ ਦੇ ਜਵਾਬ ਦਾ। ਦੂਜਾ ਹੈਗਾ ਇੱਕ ਸਟਰਕਚਰ ਜਿਹਦੇ ਅੰਦਰ ਤੁਸੀਂ ਕਲਚਰ ਦਿਖਾ ਰਹੇ ਹੋ, ਉਸ ਜਗ੍ਹਾ ਦੇ ਬਾਰੇ ਚ ਗੱਲ ਕਰ ਰਹੇ ਹੋ, ਸ਼ਬਦਾਂ ਨਾਲ ਦਿਖਾ ਰਹੇ ਹੋ, ਉਹ ਮਲਟੀ ਫੇਥ ਸਾਈਟ ਦਿਖਾ ਰਹੇ ਹੋ, ਫਿਰ ਤੁਸੀਂ ਗੁਰਦੁਆਰੇ ਚ ਆ ਰਹੇ ਹੋ, ਹੈ ਨਾ। ਇਹ 2 ਅਲੱਗ-ਅਲੱਗ ਸਵਾਲ ਆਨਸਰਸ ਹੈ। ਤੇ ਪਹਿਲਾ ਆਨਸਰ ਅਸੀਂ ਕਰੀਏ। ਦੇਖੋ ਜੀ, ਗੁਰੂ ਨਾਨਕ ਸਾਹਿਬ ਦੇ ਇਸ 24 ਐਪੀਸੋਡ ਦੇ ਸਫ਼ਰ ਦੇ ਅੰਦਰ 23rd ਐਪੀਸੋਡ ਦੇ ਅੰਦਰ ਜਾ ਕੇ 23rd ਐਪੀਸੋਡ ਦੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦੇ ਜੀਵਨ ਦੇ ਜਿਹੜੇ ਸਾਥੀ ਸਨ ਭਾਈ ਮਰਦਾਨਾ ਵਿਦਾ ਲੈਣਗੇ, ਰਾਈਟ। ਤੇ ਪਹਿਲੇ ਐਪੀਸੋਡ ਤੋਂ ਅਸੀਂ ਝਲਕ ਲਿਆਏ ਆ ਐਜ਼ ਅ ਯੂਥ, ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਦਾ ਮੇਲ ਹੋ ਰਿਹਾ ਹੈ, ਰਾਈਟ। ਹੁਣ ਉਹਨਾਂ ਦੇ ਵਿਚਾਰ ਆ ਰਹੇ ਨੇ, ਲੇਕਿਨ ਅਜੇ ਚਲੇ ਨਹੀਂ ਨੇ। ਉਹ ਸੈਕੰਡ ਐਪੀਸੋਡ ਦੇ ਅੰਦਰ ਭਾਈ ਮਰਦਾਨਾ ਸੁਲਤਾਨਪੁਰ ਆਉਂਦੇ ਨੇ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਨਾਲ ਰਹਿੰਦੇ ਨੇ। ਫਿਰ 3rd ਐਪੀਸੋਡ ਤੇ ਚੱਲਣਾ ਸ਼ੁਰੂ ਹੁੰਦੇ ਨੇ ਦੋਵੇਂ। ਹੁਣ 3rd ਤੋਂ ਲੈ ਕੇ 23 ਐਪੀਸੋਡ ਤੱਕ ਦੋਵੇਂ ਚੱਲਣਗੇ ਇਕੱਠੇ। ਤੇ ਤੁਸੀਂ ਇਤਨੇ ਵੱਡੇ ਸਫ਼ਰ ਦੇ ਅੰਦਰ ਤੁਸੀਂ ਗੁਰੂ ਨਾਨਕ ਦੀ ਜ਼ਿੰਦਗੀ ਤੋਂ ਤੁਸੀਂ ਬਿਆਨ ਕਰ ਰਹੇ ਹੋ, ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਫਿਰ ਤੁਸੀਂ ਭਾਈ ਮਰਦਾਨਾ ਨੂੰ ਐਜ਼ ਅ ਹਿਊਮਨ ਕੈਰੈਕਟਰ ਹੀ ਰੱਖੋਗੇ ਕੀ? ਜੀ, ਸਾਡਾ ਫਰਜ਼ ਨਹੀਂ ਹੈ ਕਿ ਉਹਨਾਂ ਨੂੰ ਵੀ ਸਮਝੀਏ। ਬਿਲਕੁਲ, ਹੈ ਨਾ। ਤੇ ਇਸ ਕਰਕੇ ਅਸੀਂ 1.5 ਐਪੀਸੋਡ, ਪਹਿਲਾ ਐਪੀਸੋਡ ਔਰ ਹਾਫ ਆਫ ਸੈਕੰਡ ਐਪੀਸੋਡ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਫਾਰਮੇਟਿਵ ਈਅਰਸ ਦੀ ਗੱਲ ਕੀਤੀ ਹੈ ਸਿਰਫ, ਔਰ ਅਸੀਂ ਉਸ ਨੂੰ ਉੱਥੇ ਖਤਮ ਕਰਕੇ ਅਸੀਂ ਸੈਕੰਡ ਐਪੀਸੋਡ ਦੇ ਸੈਕੰਡ ਹਾਫ ਵਿੱਚ ਉਹਨਾਂ ਦਾ ਸਫ਼ਰ ਸ਼ੁਰੂ ਕਰ ਸਕਦੇ ਸੀਗੇ, ਲੇਕਿਨ ਅਸੀਂ ਇਹ ਨਹੀਂ ਕਰਨਾ। ਅਸੀਂ ਅੱਜ ਭਾਈ ਮਰਦਾਨਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਵੰਸ਼ ਦੇ ਥਰੂ, ਉਹਨਾਂ ਦੀ ਲੈਗੇਸੀ ਦੇ ਥਰੂ, ਤੇ ਅਸੀਂ ਅੱਧਾ ਐਪੀਸੋਡ ਉਹਨਾਂ ਨੂੰ ਡੈਡੀਕੇਟ ਕੀਤਾ ਹੈ ਚੱਲਣ ਤੋਂ ਪਹਿਲਾਂ ਐਜ਼ ਅ ਟ੍ਰਿਬਿਊਟ, ਕਿਉਂਕਿ ਭਾਈ ਮਰਦਾਨਾ ਦੀ ਕੋਈ ਕਹਾਣੀ ਸਾਨੂੰ ਜ਼ਿਆਦਾ ਮਿਲਦੀ ਵੀ ਨਹੀਂ ਹੈ। ਕਿਸ ਦੇ ਕੌਣ ਸੀਗੇ, ਕਿੱਥੋਂ ਆਏ, ਨਨਕਾਣਾ ਸਾਹਿਬ ਸੀਗੇ, ਕੀ ਹੈਗਾ, ਉਸ ਤੋਂ ਬਾਅਦ ਹੋਰ ਕੀ ਸਾਨੂੰ ਪਤਾ ਹੈ। ਹਰ ਇੱਕ ਜਗ੍ਹਾ, ਹਰ ਇੱਕ ਸਟੋਰੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਫੜ ਕੇ ਇਹ ਕਰਤਾ, ਤੇ ਕਿਸੇ ਮਰਦਾਨਾ ਜੀ ਨੂੰ ਫੜ ਕੇ ਕਿਸੇ ਨੇ ਇਹ ਕਰਤਾ ਤੇ ਕਿਸੇ ਨੇ ਉਹ ਕਰਤਾ। ਮੈਨੂੰ ਤਾਂ ਲੱਗਦਾ ਹੈ ਕਿ ਗੁਰੂ ਨਾਨਕ ਔਰ ਭਾਈ ਮਰਦਾਨਾ ਦਾ ਜਿਹੜਾ ਮੇਲ ਸੀਗਾ, ਮੈਨੂੰ ਲੱਗਦਾ ਹੈ ਗੁਰੂ ਨਾਨਕ ਸਾਹਿਬ ਇੱਕ ਰੂਹ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਔਰ ਭਾਈ ਮਰਦਾਨਾ ਜਿਹੜੇ ਨੇ ਇੱਕ ਹਿਊਮਨ ਐਲੀਮੈਂਟ ਨੂੰ, ਹਿਊਮਨ ਕੰਡੀਸ਼ਨ ਨੂੰ ਪ੍ਰੈਜ਼ੈਂਟ ਕਰ ਰਹੇ ਨੇ, ਲੇਕਿਨ ਦੋਨਾਂ ਦਾ ਸਾਥ ਜੋੜ ਚੱਲ ਰਿਹਾ ਹੈ। ਇਸ ਕਰਕੇ ਅਸੀਂ ਕਿਹਾ ਨਹੀਂ, ਪਹਿਲਾਂ ਅਸੀਂ ਜਾ ਕੇ ਲਾਹੌਰ ਦੇ ਅੰਦਰ ਇੱਕ ਬੜੀ ਵੱਡੀ ਅੰਸ਼ ਸੀਗੀ, ਉਹਨਾਂ ਦੀ ਵੰਸ਼ ਸੀਗਾ, ਜਿਹੜਾ ਤੁਸੀਂ ਦੇਖਿਆ ਸੈਕੰਡ ਐਪੀਸੋਡ ਦੇ ਅੰਦਰ, ਉਹਨਾਂ ਦੇ ਲੀਨੀਏਜ ਤੋਂ ਕਹਿ ਰਹੇ ਨੇ ਕਿ ਇਹ ਸਾਡੇ ਜਿਹੜੇ ਬਜ਼ੁਰਗ ਸੀਗੇ ਸੀਸਗੰਜ ਸਾਹਿਬ ਵਿੱਚ ਕੀਰਤਨ ਕਰਦੇ ਸੀਗੇ, ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਸੀਗੇ। ਅੱਜ ਵਿਚਾਰੇ ਅਗਰ ਆ ਜਾਣ ਤੇ ਅਸੀਂ ਉਹਨਾਂ ਨੂੰ ਕੀਰਤਨ ਹੀ ਨਾ ਕਰਨ ਦਈਏ ਆਪਣੇ ਗੁਰਦੁਆਰੇ ਵਿੱਚ, ਜੀ, ਹੈ ਨਾ। ਤੇ ਫਿਰ ਸਾਡਾ ਫਰਜ਼ ਨਹੀਂ ਬਣਦਾ ਕਿ ਵਿਚਾਰੇ ਉੱਥੇ ਬੈਠ ਕੇ ਇਤਨੇ 70 ਸਾਲ ਦੇ ਅੰਦਰ ਨਾ ਕੋਈ ਸੁਣਨ ਵਾਲਾ, ਨਾ ਕੁਝ ਕਰਨ ਵਾਲਾ, ਤੇ ਇੱਕ ਉਹਨਾਂ ਨੂੰ ਜਾ ਕੇ ਅਸੀਂ ਉਹਨਾਂ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰੀਏ, ਰਾਈਟ। ਪਹਿਲੀ ਗੱਲ ਤੇ। ਫਿਰ ਦੂਜੀ ਗੱਲ ਸਲੀਮਾ ਦੀ ਗੱਲ ਆਉਂਦੀ ਹੈ, ਜੋ ਸਾਡੀ ਲੀਡ ਸਿੰਗਰ, ਇੱਕ ਤਾਂ ਸਾਡਾ ਲੀਡ ਸਿੰਗਰ ਹੈ ਸਤਿੰਦਰ ਬੋਂਡਲ, ਜੋ ਗੁਰੂ ਨਾਨਕ ਦੀ ਆਵਾਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ। ਤੇ ਦੂਜੀ ਸ਼ਖਸ ਹੈ ਸਲੀਮਾ ਨੇ, ਜਿਹਨੂੰ ਅਸੀਂ ਸਾਈਨ ਅਪ ਕੀਤਾ ਇਸ ਡਾਕੂਮੈਂਟਰੀ ਦੇ ਅੰਦਰ ਕਿ ਤੂੰ 150 ਤੋਂ ਉੱਪਰ ਸ਼ਬਦ ਦੇਂਗੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਨਿਰਧਾਰਿਤ ਰਾਗਾਂ ਦੇ ਅੰਦਰ, ਲੇਕਿਨ ਤੂੰ ਮੇਰੀ ਰੂਹ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਕਿਉਂਕਿ ਮੈਂ ਚੱਲ ਰਿਹਾ ਤੇ ਮੇਰੀ ਰੂਹ ਜਿੱਥੇ ਵੀ ਕੁਝ ਚੀਜ਼ ਸੋਚੇਗੀ, ਬੋਲੇਗੀ, ਸੋਚੇਗੀ ਜਾਂ ਕਹੇਗੀ, ਇਹ ਗੁਰੂ ਨਾਨਕ ਸਾਹਿਬ ਦੇ ਸਫ਼ਰ ਦੇ ਅੰਦਰ ਜੋ ਵੀ
ਗੁਰੂ ਨਾਨਕ ਸਾਹਿਬ ਕਿਧਰ ਕਹਿ ਰਹੇ ਨੇ ਉਹ ਸਤਿੰਦਰ ਦੀ ਮੇਲ ਆਵਾਜ਼ ਵਿੱਚ ਆਉਂਦੀ ਹੈ, ਰਾਈਟ। ਦੂਜੀ ਹੈ ਕਮਰਦੀਪ ਦੀ ਜਿਹੜੀ ਰੂਹ ਹੈ ਉਸ ਨੂੰ ਸਲੀਮਾ ਰਿਪਰੈਜ਼ੈਂਟ ਕਰ ਰਹੀ ਹੈ, ਉਹ ਇੱਕ ਫੀਮੇਲ ਦੀ ਆਵਾਜ਼, ਰੂਹ ਇੱਕ ਮੇਰੀ ਫੀਮੇਲ ਐਸਪੈਕਟ ਹੈ। ਤੇ ਮੈਂ ਇੱਕ ਪਤੇ ਦੀ ਗੱਲ ਤੁਹਾਨੂੰ ਦੱਸਣਾ ਚਾਹਨਾ ਜੋ ਅਸੀਂ ਜ਼ਿਆਦਾ ਅਜੇ ਅਨਾਉਂਸ ਨਹੀਂ ਕੀਤਾ, ਲੇਕਿਨ ਮੈਂ ਤੁਹਾਨੂੰ ਦੱਸਣਾ, ਸਲੀਮਾ ਦੇਖੋ ਪਾਰਟੀਸ਼ਨ ਦੇ ਕਰਕੇ ਹੋਇਆ ਕੀ ਸੀਗਾ ਕਿ ਇਹ ਜਿਹੜੀ ਕੀਰਤਨ ਦੀ ਪ੍ਰਥਾ, ਜੋ ਰਾਗ ਦੀ ਪ੍ਰਥਾ, ਇੱਕ ਜੋ ਕਾਮਨੈਲਿਟੀ ਸੀਗੀ, ਕਾਫੀ ਕੁਝ ਗਵਾਚ ਗਿਆ 70 ਸਾਲ ਦੇ ਅੰਦਰ। ਜਿਹੜੇ ਉੱਥੇ ਗਏ ਨੇ ਭਾਈ ਮਰਦਾਨਾ ਦੀ ਜਿਹੜੀ ਵੰਸ਼ ਉੱਥੇ ਗਈ ਹੈ, ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਕਿਹਾ ਉੱਥੇ ਜਾ ਕੇ ਮੁਸ਼ਕਿਲਾਂ ਆਈਆਂ, ਕੋਈ ਫਿਲਮ ਇੰਡਸਟਰੀ ਚਲਾ ਗਿਆ, ਕੋਈ ਹੋਟਲਾਂ 'ਚ ਜਾਣ ਲੱਗ ਗਿਆ, ਕੋਈ ਰੋਟੀ ਰੋਟੀ ਵਾਸਤੇ। ਹੁਣ ਥੋੜਾ ਬਹੁਤ ਜੋ ਬਚਿਆ ਤੇ ਉਹ ਉਸ ਦੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਨੇ। ਲੇਕਿਨ ਭਾਈ ਗੁਲਾਮ ਚਾਂਦ ਤੋਂ ਜਾ ਕੇ ਸਲੀਮਾ ਨੂੰ 2007 ਵਿੱਚ ਜਦੋਂ ਮਿਲੇ, ਉਹ ਆਲਰੇਡੀ ਇੱਕ ਲਾਇਰ ਸੀਗੀ ਔਰ ਉਸਨੂੰ ਮਿਊਜ਼ਿਕ ਦਾ ਇੰਟਰਸਟ ਸੀਗਾ, ਲੇਕਿਨ ਉਸਨੇ ਜਾ ਕੇ ਉਸਨੂੰ ਸਿੱਖਣਾ ਸ਼ੁਰੂ ਕੀਤਾ ਤੇ ਉਹਦੇ ਅੰਦਰ ਭਾਈ ਮਰਦਾਨਾ ਦੀ ਖੂਨ ਤੇ ਨਹੀਂ ਚੱਲ ਰਿਹਾ, ਲੇਕਿਨ ਖੂਨ ਤੋਂ ਵੀ ਵੱਧ ਇੱਕ ਪੂਰੀ ਆਰਟਿਸਟਿਕ ਐਲੀਮੈਂਟ ਨੂੰ ਉਹਨਾਂ ਨੇ ਐਬਜ਼ੌਰਬ ਕਰ ਲਿਆ। ਭਾਈ ਗੁਲਾਮ ਚੰਦ ਤੋਂ ਸਿੱਖਿਆ, ਹੁਣ ਉਹਨਾਂ ਨੇ ਸਿੱਖਿਆ ਕੁਝ 10 12 15 ਰਾਗ ਜੋ ਵੀ ਹੋਣਗੇ ਉਹਨਾਂ ਨੇ ਸਿੱਖਿਆ। ਅਸੀਂ ਜਦੋਂ ਡਾਕੂਮੈਂਟਰੀ ਦਾ ਪ੍ਰਪੋਜ਼ਲ ਉਹਨਾਂ ਦੇ ਅੱਗੇ ਰੱਖਿਆ, ਅਸੀਂ ਬਹੁਤ, ਮੈਂ ਦੁੱਖ ਵੀ ਹੁੰਦਾ ਹੈ ਪੀਰ ਸਾਹਿਬ ਕਿ ਜਦੋਂ ਅਸੀਂ ਆਪਣੀ ਗੁਰਬਾਣੀ ਦੇ ਆਪਣੀ ਡਾਕੂਮੈਂਟਰੀ ਸੇ ਅਸੀਂ ਆਪਣੀ ਆਰਟਿਸਟ ਨੂੰ ਲੱਭਣਾ ਸ਼ੁਰੂ ਕੀਤਾ। ਸਾਡਾ ਇੱਕ ਵਿਜ਼ਨ ਸੀਗਾ, ਅਸੀਂ ਕਹਿ ਰਹੇ ਸੀ ਕੀਰਤਨ ਤੁਸੀਂ ਪਾ ਲਓ, ਜਿਸ ਤਰ੍ਹਾਂ ਕੀਰਤਨ ਅੱਜ ਗੁਰਦੁਆਰੇ 'ਚ ਹੁੰਦਾ ਹੈ, 3 ਬੰਦੇ ਜੱਥੇ ਬੈਠੇ ਹੋਏ ਨੇ, ਉਹਨਾਂ ਦੇ ਨਾਲ ਇੱਕ ਹਾਰਮੋਨੀਅਮ ਹੈ, ਇੱਕ ਤਬਲਾ ਹੈ, ਤੇ ਗੁਰੂ ਨਾਨਕ ਸਾਹਿਬ ਤੇ ਨਾ ਹਾਰਮੋਨੀਅਮ ਨਾਲ ਚੱਲੇ ਤੇ ਨਾ ਤਬਲੇ ਨਾਲ ਚੱਲੇ, 2 ਸ਼ਖਸ ਚੱਲੇ, ਉਹ ਪਰਕਸ਼ਨ ਇੰਸਟਰੂਮੈਂਟ ਲੈ ਕੇ ਚੱਲਣਗੇ ਨਹੀਂ। ਤੇ ਉਹ ਚੱਲੇ ਨੇ ਤੇ ਉਹਨਾਂ ਨੇ ਜੋ ਉਹਨਾਂ ਦੀ ਫੀਲਿੰਗ ਸੀ ਅਸੀਂ ਉਸ ਨੂੰ ਦਿਖਾਣਾ ਚਾਹੁੰਦੇ, ਤੇ ਅਸੀਂ ਕਿਹਾ ਕਿ ਸਾਨੂੰ ਇਹੋ ਜਿਹਾ ਆਰਟਿਸਟ ਚਾਹੀਦੇ ਨੇ ਸਿੰਗ ਕਰਨ ਵਾਲੇ ਜਿਨ੍ਹਾਂ ਦੇ ਅੱਗੇ ਅਗਰ ਤੁਸੀਂ ਹਾਰਮੋਨੀਅਮ ਹਟਾ ਦਿਓ ਫਿਰ ਵੀ ਆਵਾਜ਼ ਵਿੱਚ ਦਮ ਰਹੇਗਾ। ਸਭ ਤੋਂ ਵੱਡੀ ਇਹ ਗੱਲ ਸੀ ਸਾਡੀ ਰਿਕੁਆਇਰਮੈਂਟ, ਤੇ ਸਾਨੂੰ ਬੜੇ ਘੱਟ ਲੋਕ ਮਿਲੇ, ਬਹੁਤ ਘੱਟ ਲੋਕ ਮਿਲੇ। ਮੈਂ ਤੁਹਾਨੂੰ ਇੰਨਾ ਵੀ ਕਹਾਂਗਾ, ਅਸੀਂ 1-2 ਸ਼ਖਸਾਂ ਨਾਲ ਰਿਕਾਰਡਿੰਗ ਕਰਕੇ ਅੱਧੇ ਤੱਕ ਪਹੁੰਚ ਕੇ ਪੈਸੇ ਦੇ ਕੇ ਅਸੀਂ ਚੀਜ਼ ਨੂੰ ਵਿਡਰਾ ਕਰ ਲਿਆ, ਕਿਉਂਕਿ ਉਹ ਲੜਕ ਗਏ। ਪੈਸੇ ਦੀ ਗੱਲ ਨਹੀਂ ਹੈ ਇੱਥੇ ਇੱਕ ਫਰੇਮਵਰਕ ਦੀ ਹੈ। ਉਹ ਲੁੜਕ ਗਏ, ਉਹ ਕਿਤੇ ਵੱਡੇ ਗਾਇਕ ਸਨ, ਬਟ ਉਹ ਹਾਰਮੋਨੀਅਮ ਦੇ ਬਿਨਾ ਸਾਡੇ ਸਿੱਖ ਜਗ੍ਹਾ ਦੇ ਬੜੇ ਘੱਟ ਲੋਕ ਗਾ ਸਕਦੇ ਨੇ। ਤੇ ਸਤਿੰਦਰ ਨੇ ਉਸ ਚੀਜ਼ ਨੂੰ ਬਹੁਤ ਹੀ ਚੰਗੀ ਤਰ੍ਹਾਂ ਉਸਨੇ ਉਸਨੂੰ ਨਿਭਾਇਆ ਹੈ, ਔਰ ਇੱਕ ਬੜਾ ਯੰਗ ਮੁੰਡਾ ਹੈ, ਉਸਨੇ ਬਹੁਤ ਚੰਗਾ ਕੰਮ ਕੀਤਾ। ਲੇਕਿਨ ਸਲੀਮਾ ਦੀ ਮੈਂ ਗੱਲ ਕਰ ਰਿਹਾ, ਅਸੀਂ ਜਦੋਂ ਆਪਣੀ ਫੀਮੇਲ ਵਰਲਡ ਦੇ ਫੀਮੇਲ ਐਸਪੈਕਟ ਦੇ ਅੰਦਰ ਸਿੱਖ ਜਗਤ ਦੇ ਅੰਦਰ ਲੱਭਣਾ ਸ਼ੁਰੂ ਕੀਤਾ ਸਿੰਗਰਸ ਨੂੰ, ਦੁੱਖ ਦੀ ਗੱਲ ਹੈ ਕੋਈ ਨਹੀਂ ਮਿਲਿਆ। ਜੋ ਮਿਲੇ ਨੇ ਉਹ ਕੀਰਤਨ ਕਰਨ ਵਾਲੇ ਨੇ, ਲੇਕਿਨ ਤੁਸੀਂ ਵਾਜਾ ਹਟਾ ਦਿਓ ਕੋਈ ਨਹੀਂ ਗਾ ਸਕਦਾ। ਔਰ ਗਾ ਰਹੇ ਨੇ ਤੇ ਅਗਰ ਮਾਡਰਨ ਤਰੀਕੇ ਨਾਲ ਗਾ ਰਹੇ ਨੇ, ਜੋ ਸਾਨੂੰ ਚਾਹੀਦਾ ਨਹੀਂ। ਅਸੀਂ ਵੌਇਸ ਨੂੰ ਟ੍ਰੀਟ ਨਹੀਂ ਕਰਨਾ, ਜੋ ਵੌਇਸ ਹੈ ਨੈਚੁਰਲ ਰਹੇਗੀ। ਤੇ ਲੱਭਦੇ ਸਾਨੂੰ ਪਾਕਿਸਤਾਨ ਦੇ ਅੰਦਰ ਸਲੀਮਾ ਦੀ ਆਵਾਜ਼ ਮਿਲੀ, ਔਰ ਸਲੀਮਾ ਨੂੰ ਅਸੀਂ ਫਿਰ ਕਿਹਾ, ਲੇਕਿਨ ਸਲੀਮਾ ਨੂੰ ਅਸੀਂ ਕਿਹਾ ਕਿ ਸਲੀਮਾ ਸਾਨੂੰ ਪੂਰੇ ਦੇ ਪੂਰੇ 37 ਦੇ ਕਰੀਬ ਮਿਸ਼ਰਿਤ ਰਾਗ ਮਿਲਾ ਕੇ ਗੁਰੂ ਨਾਨਕ ਸਾਹਿਬ ਦੇ ਰਾਗ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਉਹਨਾਂ ਨੇ ਬਾਣੀ ਲਿਖੀ ਹੈ, ਤੇ ਸਾਨੂੰ ਉਹਨਾਂ ਰਾਗਾਂ ਦੇ ਅੰਦਰ ਹੀ ਤੁਹਾਨੂੰ ਗਾਣਾ ਪਏਗਾ। ਤੇ ਉਹ ਕਹਿੰਦੀ ਹੈ ਕਿ ਸਾਨੂੰ ਤੇ ਰਾਗ ਹੀ ਨਹੀਂ ਪਤਾ, ਉਹ ਸਾਰੇ ਗੌੜੀ ਗਵਾਰੇਰੀ, ਮੈਨੂੰ ਤੇ ਗੌੜੀ ਔਰ ਗਵਾਰੇਰੀ ਦਾ ਮਿਸ਼ਰਤ ਮੈਨੂੰ ਨਹੀਂ ਪਤਾ। ਫਿਰ ਗੱਲ ਆਉਂਦੀ ਹੈ, ਫਿਰ ਤੁਸੀਂ ਸਾਨੂੰ 1 ਸਾਲ ਲੱਗਿਆ, ਅਸੀਂ ਕ੍ਰਾਸ ਬਾਰਡਰ ਟ੍ਰੇਨਿੰਗ ਕਰਵਾਈ ਹੈ ਸਲੀਮਾ ਦੀ। ਸਤਿੰਦਰ ਜਿਹੜੇ ਉਹਨਾਂ ਦੇ ਉਸਤਾਦ ਸੀਗੇ, ਜਿਨ੍ਹਾਂ ਨੇ ਭਗਤਾਂ ਦੀ ਬਾਣੀ ਗਾਈ ਹੈ ਸਾਡੀ ਡਾਕੂ ਸੀਰੀਜ਼ ਦੇ ਅੰਦਰ, ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ ਹੈ। ਤੇ ਉਹਨਾਂ ਨੇ ਉਹ ਹਿੰਦੂ ਨੇ, ਉਹਨਾਂ ਨੇ ਸਤਿੰਦਰ ਨੂੰ ਸਿਖਾਇਆ, ਔਰ ਉਸ ਤੋਂ ਬਾਅਦ ਸਤਿੰਦਰ ਨੇ ਇੱਕ ਮੁਸਲਮਾਨ ਨੂੰ ਸਿਖਾਇਆ, ਰਾਈਟ। ਇਹ ਬਿਊਟੀ ਹੈ ਇਸ ਡਾਕੂ ਸੀਰੀਜ਼। 1 ਸਾਲ ਲੱਗਿਆ ਓਵਰ ਦੀ ਇੰਟਰਨੈਟ ਟ੍ਰੇਨਿੰਗ ਚਲਦੀ ਰਹੀ ਹੈ। ਜਦੋਂ ਸਲੀਮਾ ਤਿਆਰ ਹੋਈ ਹੈ ਤਾਂ ਤੱਕ ਕੋਵਿਡ ਦੇ এনवायरमेंट ਦੇ ਅੰਦਰ ਅਸੀਂ ਉਹਦੇ ਘਰ ਦੇ ਅੰਦਰ ਹੀ, ਕੋਈ ਸਟੂਡੀਓ ਦੇ ਅੰਦਰ ਨਹੀਂ, ਕੋਈ ਸਟੂਡੀਓ ਰਿਕਾਰਡਿੰਗ ਨਹੀਂ ਹੈ, ਗੱਦੇ ਗੁੱਦੇ ਲਾ ਕੇ ਇੱਕ ਸਟੂਡੀਓ ਬਣਾ ਕੇ ਅਸੀਂ ਘਰ ਦੇ ਅੰਦਰ ਹੀ ਰਿਕਾਰਡਿੰਗ ਉਹਦੀ ਕੀਤੀ ਹੈ। ਕਹਿਣ ਦਾ ਮਤਲਬ ਇਸ ਇਤਨੀ ਮਿਹਨਤ ਕੀਤੀ ਹੈ ਇਸ ਕਰਕੇ ਕਿਉਂਕਿ ਉਹ ਸਾਡੀ ਰੂਹ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਹੁਣ ਗੱਲ ਇਹ ਆਉਂਦੀ ਹੈ, ਇਹ ਤੇ ਪਹਿਲਾ ਜਵਾਬ ਹੋਇਆ ਪਹਿਲੇ ਪੜਾਅ ਦਾ, ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਕੰਪੈਨੀਅਨ ਭਾਈ ਮਰਦਾਨਾ ਨੂੰ ਇੱਕ ਪੂਰਾ ਇੱਕ ਇੰਪੋਰਟੈਂਸ ਦੇਣਾ ਚਾਹੁੰਦੇ ਸੀ ਕਿ ਇਸ ਕਰਕੇ ਅਸੀਂ ਇਤਨੀ ਮਿਹਨਤ ਕੀਤੀ ਹੈ। ਕਿਉਂਕਿ ਤੁਸੀਂ ਅੱਗੇ ਤੇ ਦੇਖ ਲਿਆ ਅੱਧਾ ਐਪੀਸੋਡ ਹੈ, ਉਹਦੇ ਪਿੱਛੇ ਕੀ ਹੋਇਆ ਹੈ। ਭਾਈ ਮਰਦਾਨਾ ਦੀ ਜਿਹੜੀ ਲੈਗੇਸੀ ਜੋ ਲੱਗੇ, ਇੱਕ ਕੁੜੀ ਲੈ ਕੇ ਆ ਰਹੀ ਹੈ, ਉਸ ਦੀ ਆਵਾਜ਼ ਵਿੱਚ ਅਸੀਂ ਖੜਾ ਕਰਨਾ ਚਾਹੁੰਦੇ ਹਾਂ। ਕਿਤਨੀ ਟ੍ਰੇਨਿੰਗ ਹੋਈ ਹੈ 1 ਸਾਲ ਦੀ ਇਸ ਦੇ ਪਿੱਛੇ, ਇਹ ਵੀ ਤੁਸੀਂ ਸੋਚੋ ਨਾ। ਅੱਜ ਫਕਰ ਹੈ ਸਾਨੂੰ ਕਿ ਐਲੀਗਰੀ ਟੈਪਿਸਟਰੀ ਗੁਰੂ ਨਾਨਕ ਦੇ ਟਰੈਵਲਸ ਦੇ ਜ਼ਰੀਏ ਅੱਜ ਅਗਰ ਸਲੀਮਾ ਚਾਵੇ तो कह सकती है कि पहली पाकिस्तानी मुस्लिम लेडी है 70 साल तो बाद जिन्हें गुरु नानक साहब के सारे रागां दे अंदर
ਨਿਰਧਾਰਿਤ ਰਾਗਾਂ ਦੇ ਅੰਦਰ ਸ਼ਬਦ ਗਾਇਨ ਕੀਤਾ ਹੈ। ਬਿਲਕੁਲ, ਇਹ ਹੈਗਾ ਅਟਰੀਬਿਊਟ ਟੂ ਭਾਈ ਮਰਦਾਨਾ, ਰਾਈਟ। ਹੁਣ ਗੱਲ ਆਉਂਦੀ ਹੈ, ਤੁਸੀਂ ਦੂਜਾ ਪੜਾਵ ਜਿਹੜਾ ਇਸ ਕੁਐਸਚਨ ਦਾ ਦੂਜਾ ਚੀਜ਼ ਜੋ ਪੁੱਛੀ ਹੈ ਕਿ ਤੁਸੀਂ ਦਿਖਾਉਂਦੇ ਹੋ ਇੱਕ ਕਲਚਰ, ਇੱਕ ਸੁਸਾਇਟੀ ਦੇ ਬਾਰੇ ਚ, ਦੂਜੇ ਫੇਥਸ ਦੇ ਬਾਰੇ ਚ, ਫਿਰ ਕਰਦੇ ਕਰਦੇ ਤੁਸੀਂ ਆਉਂਦੇ ਹੋ ਗੁਰਦੁਆਰੇ ਦੇ ਉੱਤੇ। ਮੈਂ ਤਾਂ ਪਹਿਲੇ ਤੁਹਾਨੂੰ ਕਹਿ ਚੁੱਕਿਆ, ਗੁਰੂ ਨਾਨਕ ਸਾਹਿਬ ਨੂੰ ਅੱਜ ਅਗਰ ਤੁਸੀਂ ਸਮਝਣਾ ਹੈ ਤੇ ਸਿੱਖ ਜਗਤ ਦੇ ਅੰਦਰ ਤਾਂ ਤੁਸੀਂ ਗੁਰਦੁਆਰੇ ਜਾਓ, ਤੁਸੀਂ ਉਜੈਨ ਚਲੇ ਜਾਓ, ਚਲੋ ਸ਼ਿਪਰਾ ਦਰਿਆ ਦੇ ਲਾਗੇ ਗੁਰਦੁਆਰਾ ਬਣਿਆ ਹੋਇਆ ਹੈ। ਤੁਸੀਂ ਐਜ਼ ਅ ਸਿੱਖ ਜਾਓਗੇ ਤਾਂ ਤੁਸੀਂ ਪਹਿਲਾਂ ਗੁਰਦੁਆਰੇ ਆਪਣਾ, ਮੈਨੂੰ ਕੋਈ ਗੁਰਦੁਆਰੇ ਦੇ ਅਗੇਂਸਟ ਕੁਝ ਮੈਂ ਨਹੀਂ ਬੋਲ ਰਿਹਾ, ਮੈਂ ਐਜ਼ ਅ ਸਿੱਖ ਗੁਰਦੁਆਰੇ ਨੂੰ ਰਿਸਪੈਕਟ ਕਰਨਾ, ਲੇਕਿਨ ਮੈਂ ਇਹ ਕਹਿ ਰਿਹਾ ਕਿ ਗੁਰਦੁਆਰੇ ਇੱਕ ਮੈਮੋਰੀਅਲ ਨੇ ਮੇਰੇ ਵਾਸਤੇ, ਬਿਲਕੁਲ ਆਸਥਾ में रखना। लेकिन ਉਹ ਜਿੱਥੇ ਜ਼ਮੀਨ ਮਿਲੀ ਅੱਜ 15 ਸਾਲ ਪਹਿਲਾਂ ਅਗਰ ਉਜੈਨ ਵਿੱਚ ਤੇ ਉੱਥੇ ਗੁਰਦੁਆਰਾ ਬਣਿਆ ਤੇ ਤੁਸੀਂ ਅੱਜ ਜਾਓ ਤੇ ਅੱਜ ਕੀ ਹੈ, ਬੋਰਡ ਦੇ ਉੱਤੇ ਲਿਖਿਆ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ, ਤੁਸੀਂ ਅੰਦਰ ਜਾਓ ਤੇ ਸੰਗਤ ਨੂੰ ਇਹੀ ਦੱਸਿਆ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ। ਨਹੀਂ, ਗੁਰੂ ਨਾਨਕ ਸਾਹਿਬ ਉੱਥੇ ਤੇ ਨਹੀਂ ਆਏ ਸਨ, ਗੁਰਦੁਆਰਾ ਤੇ ਸੀਗਾ ਨਹੀਂ, ਜ਼ਮੀਨ ਤੁਹਾਨੂੰ 15 ਸਾਲ ਪਹਿਲੇ ਮਿਲੀ ਹੈ, ਤੁਸੀਂ ਇੱਕ ਮੈਮੋਰੀਅਲ ਬਣਾਇਆ ਹੈ, ਮੈਂ ਉਸ ਨੂੰ ਪੂਰੀ ਰਿਸਪੈਕਟ ਦੇਣਾ। ਲੇਕਿਨ ਗੁਰੂ ਨਾਨਕ ਸਾਹਿਬ ਆਏ ਸਨ ਜਿੱਥੇ ਭਰਤਰੀ ਨਾਥ ਯੋਗੀ ਉਹ ਜਿਹੜੀ ਗੁਫਾਵਾਂ 'ਚ ਰਹਿੰਦੇ ਸਨ, ਉਹਨਾਂ ਦੇ ਨਾਲ ਉੱਥੇ ਵਾਰਤਾਲਾਪ ਹੋਈ ਸੀਗੀ। ਤੇ ਗੱਲ ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਤੇ ਫਿਰ ਤੁਹਾਨੂੰ ਉਹ ਗੁਫਾ ਵਿੱਚ ਜਾਣਾ ਪਏਗਾ ਨਾ, ਉੱਥੋਂ ਸ਼ੁਰੂ ਕਰਨਾ ਪਏਗਾ ਨਾ। ਫਿਰ ਉੱਥੋਂ ਦਾ এনवायरमेंट ਕੀ ਸੀਗਾ, ਉਹ ਨਾਥ ਜੋਗੀ ਕੌਣ ਨੇ? ਤੁਸੀਂ ਅੱਜ ਅਸੀਂ ਸਾਰਿਆਂ ਨੂੰ ਦੇਖੋ ਗੁਰੂ ਨਾਨਕ ਸਾਹਿਬ ਦੇ, ਤੁਸੀਂ ਫਿਰ ਗੱਲ ਮੈਂ ਇੱਕ ਸ਼ਬਦ ਦੇ ਥਰੂ ਹੀ ਮੈਂ ਗੱਲ ਨੂੰ ਮੁਕਾਉਣ ਦੀ ਕੋਸ਼ਿਸ਼ ਕਰਨਾ ਕਿ ਪਹਿਲੇ ਸਟਰਕਚਰ ਸਾਡਾ ਇਹ ਆਂਦਾ ਹੈ, ਅਸੀਂ ਉਹਨਾਂ ਥਾਵਾਂ ਤੇ ਜਾਵਾਂਗੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ, ਉਸ ਦੇ ਨੈਰੇਟਿਵ ਦੇ ਥਰੂ ਅਸੀਂ ਨੈਰੇਟਿਵ ਨੂੰ ਬੰਨਣਾ ਸ਼ੁਰੂ ਕਰਾਂਗੇ, ਉੱਥੇ ਦੇ ਕਲਚਰ ਨੂੰ ਸਮਝਾਂਗੇ, ਉੱਥੇ ਜੀਓਗ੍ਰਾਫੀ ਨੂੰ ਸਮਝਾਂਗੇ, ਕਰਦੇ ਕਰਦੇ ਫਿਰ ਗੁਰਬਾਣੀ ਨੂੰ ਸਮਝਾਂਗੇ, ਫਿਰ ਅਸੀਂ ਐਂਡ ਵਿੱਚ ਜ਼ਿਕਰ ਕਰਾਂਗੇ ਕਮਿਊਨਿਟੀ ਨੇ ਇੱਥੇ ਇੱਕ ਗੁਰਦੁਆਰਾ ਬਣਾਇਆ। ਫਿਰ ਗੱਲ ਤੁਹਾਨੂੰ ਇਹ ਸ਼ਾਇਦ ਇੰਟਰਸਟਿੰਗ ਲੱਗੇਗੀ, ਜਦੋਂ ਅਸੀਂ ਬਿਹਾਰ ਵੱਲ ਜਾਵਾਂਗੇ, ਅਸੀਂ ਤੇ ਗੁਰੂ ਨਾਨਕ ਸਾਹਿਬ ਦਾ ਕੰਮ ਕਰ ਰਹੇ ਹਾਂ, ਮੈਂ ਐਜ਼ ਅ ਪ੍ਰਾਊਡ ਖਾਲਸਾ ਸਿੱਖ ਹਾਂ, ਲੇਕਿਨ ਗੁਰੂ ਨਾਨਕ ਸਾਹਿਬ ਦਾ ਕੰਮ ਕਰਦੇ ਵਕਤ ਮੈਂ ਆਪਣੀ ਖਾਲਸਾ ਦੀ ਹੈਟ ਨਹੀਂ ਪਾ ਸਕਦਾ ਸਿਰਫ, ਮੈਨੂੰ ਤੇ ਫਿਰ ਉਹ ਉਦਾਸੀਨ ਨੂੰ ਵੀ ਉਤਨੀ ਹੀ ਰਿਸਪੈਕਟ ਦੇਣੀ ਪਏਗੀ ਜਿਹਨੇ ਗੁਰੂ ਨਾਨਕ ਨਾਮ ਲੇਵਾ ਦੇ ਅੰਦਰ ਉਸਨੇ ਵੀ ਕੁਝ ਕੀਤਾ। ਸਿੰਧ ਦੇ ਅੰਦਰ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਮੈਂ ਉਤਨੀ ਰਿਸਪੈਕਟ ਦੇਵਾਂਗਾ, ਹੈ ਨਾ, ਤੇ ਉਹਨਾਂ ਨੇ ਵੀ ਕੁਝ ਚੀਜ਼ਾਂ ਬਣਾਈਆਂ ਨੇ, ਫਿਰ ਅਸੀਂ ਉੱਥੇ ਉਹਨਾਂ ਨੂੰ ਵੀ ਜ਼ਿਕਰ ਕਰਾਂਗੇ, ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ। ਗੁਰੂ ਨਾਨਕ ਸਾਹਿਬ ਦੇ ਕੰਮ ਵਿੱਚ ਇਸ ਤਰ੍ਹਾਂ ਹੈਗਾ, ਨਾਨਕ ਨਾਮ ਲੇਵਾ ਸੰਗਤ ਵਾਸਤੇ। ਤੇ ਗੱਲ ਇਹ ਆਂਦੀ ਹੈ, ਇਸ ਨੂੰ ਮੁਕਾਉਣ ਵਾਸਤੇ ਗੁਰਬਾਣੀ ਦੇ ਤੁਕ ਨਾਲ ਹੀ ਅਸੀਂ ਮੁਕਾਵਾਂਗੇ। ਗੁਰੂ ਨਾਨਕ ਸਾਹਿਬ ਦਾ ਫਲਸਫਾ ਕੀ ਸੀਗਾ? ਦੇਖੋ ਅੱਜ ਅਸੀਂ ਹਰ ਚੀਜ਼ ਦੇ ਅੰਦਰ ਕਹਿੰਦੇ ਆ ਮਾਈਨ ਇਜ਼ ਬੈਟਰ ਦੈਨ ਯੋਰਸ। ਗੁਰੂ ਨਾਨਕ ਸਾਹਿਬ ਤੋਂ ਇੱਕ ਸਿੰਪਲ ਜੀ ਗੱਲ ਕਰ ਰਹੇ ਆ, 6 ਘਰ 6 ਗੁਰ 6 ਉਪਦੇਸ਼। ਜਿਹੜਾ ਦਰਸ਼ਨ ਸ਼ਾਸਤਰ ਹੈ 6 ਫਲਸਫੇ ਹਨ, ਯੋਗ, ਮੀਮਾਂਸਾ, ਵੇਦਾਂਤ, ਸਾਂਖਿਆ, ਇਹ ਸਾਡੇ ਇੰਡੀਅਨ ਟ੍ਰੈਡੀਸ਼ਨ ਦੇ 6 ਫਲਸਫੇ ਸਨ ਜੀ। ਉਹ ਕਹਿੰਦੇ ਨੇ 6 ਘਰ 6 ਫਲਸਫੇ, ਘਰ ਫਲਸਫੇ ਹੋ ਗਏ, 6 ਗੁਰ ਉਹਨਾਂ ਦੇ 6 ਗੁਰੂ ਨੇ ਉਹਨਾਂ ਫਲਸਫਿਆਂ ਦੇ, 6 ਉਪਦੇਸ਼ 6 ਉਹਨਾਂ ਦੇ ਦਰਸ਼ਨ ਪਾਠ ਨੇ ਜੀ। ਫਿਰ ਉਹ ਕਹਿੰਦੇ 6 ਘਰ 6 ਗੁਰ 6 ਉਪਦੇਸ਼, ਗੁਰ ਏਕੋ ਵੇਸ ਅਨੇਕ। ਗੁਰੂਆਂ ਦਾ ਗੁਰੂ ਇੱਕੋ ਹੀ ਹੈ, ਵੇਸ ਅਨੇਕ। ਫਿਰ ਉਹ ਕਹਿੰਦੇ ਨੇ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਇਤ ਹੋਏ। ਲੇਕਿਨ ਉਹ ਕਿਸੇ ਨੂੰ ਇਹ ਨੈਗੇਟ ਨਹੀਂ ਕਰ ਰਹੇ, ਉਹ ਕਹਿ ਰਹੇ ਨੇ ਮੈਂ ਐਕਸੈਪਟ ਕਰ ਰਿਹਾ, 6 ਨੇ, ਮੈਂ ਉਸ এনवायरमेंट ਦੇ ਅੰਦਰ ਮੈਂ ਵਿਸਰ ਰਿਹਾ, ਰਾਈਟ, ਮੈਂ ਉਸ ਨੂੰ ਐਕਸੈਪਟ ਕਰਦਾ। ਲੇਕਿਨ I must say so that amongst all the falsafa, ਜਿਸ ਦੇ ਘਰ ਦੇ ਅੰਦਰ ਵੀ ਅਗਰ ਸਿਫਤ ਹੁੰਦੀ ਹੈ ਰੱਬ ਦੀ ਵਨਨੈਸ ਦੀ, ਮੈਂ ਉਸ ਨੂੰ ਸਲਾਮ ਕਰਨਾ ਜੀ। ਤੇ ਗੱਲ ਉਹੀ ਹੈ ਨਾ, ਫਿਰ ਤੁਹਾਨੂੰ ਉਹੀ ਫਲਸਫਾ ਲੈਣਾ ਪਏਗਾ, ਤੁਹਾਨੂੰ ਹਰ ਕਿਸੇ ਨੂੰ ਰਿਸਪੈਕਟ ਦੇਣੀ ਪਏਗੀ, ਹਰ ਫਲਸਫੇ ਨੂੰ ਸਮਝਣਾ ਪਏਗਾ, ਚਾਹੇ ਜੈਨ ਹੋਵੇ, ਚਾਹੇ ਬੋਧੀ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸ਼ੀਆ ਹੋਵੇ, ਚਾਹੇ ਸੁੰਨੀ ਹੋਵੇ, ਚਾਹੇ ਜੋਗੀ ਹੋਵੇ, ਉਹਨਾਂ ਨੂੰ ਸਮਝਾਂਗੇ ਅਸੀਂ, ਤਾਂ ਹੀ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਾਂਗੇ ਨਾ ਜੀ। ਤੇ ਇਹ ਬੜਾ ਖੂਬਸੂਰਤ ਸੰਵਾਦ ਹੈ। ਅਜੇ 2 ਡਾਕੂਮੈਂਟਰੀਜ਼ ਸਾਡੇ ਦਰਸ਼ਕਾਂ ਨੇ ਦੇਖੀਆਂ ਹੋਣੀਆਂ, ਜਿਨ੍ਹਾਂ ਨੇ ਨਹੀਂ ਦੇਖੀਆਂ ਉਹ gurnanak.com ਤੇ ਜਾ ਕੇ ਇਹਨਾਂ ਨੂੰ ਵੇਖ ਸਕਦੇ ਨੇ। ਤੇ ਅੱਗੇ ਹਜੇ ਪੂਰੀ ਦੀ ਪੂਰੀਆਂ 24 ਕਿਸ਼ਤਾਂ ਹੋਣੀਆਂ ਨੇ। ਤੇ ਅਮਰਦੀਪ ਜੀ, ਮੈਨੂੰ ਲੱਗਦਾ ਹੈ ਕਿ ਇਸ ਦੇ ਨਾਲ ਨਾਲ ਅਸੀਂ ਸੰਵਾਦ ਕਰਦੇ ਰਵਾਂਗੇ। ਕਨਕਲੂਡਡ ਜੇ ਤੁਸੀਂ ਕੁਝ 2 ਸ਼ਬਦ ਸਾਡੇ ਦਰਸ਼ਕਾਂ ਨੂੰ ਕਹਿਣੇ ਹੋਣ। ਮੈਂ ਤੇ ਇਹੀ ਕਹਾਂਗਾ ਕਿ ਦੇਖੋ ਜੀ, ਇਹ ਪ੍ਰੋਜੈਕਟ ਕੋਈ ਆਸਾਨ ਨਹੀਂ ਸੀਗਾ। ਅਜੇ ਤੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਕਿ ਭਾਈ ਔਰ ਉਹਨਾਂ ਦੇ ਜਾਣ ਦੇ ਕੋਈ ਫਾਇਦਾ ਵੀ ਨਹੀਂ ਹੈ, ਕਿਉਂਕਿ ਅਸੀਂ ਤੇ ਆਪਣੀ ਜ਼ਿੰਦਗੀ ਨੂੰ ਬਾਜੀ ਲਗਾ ਕੇ ਅਸੀਂ ਚੱਲ ਪਏ ਹਾਂ, ਰਾਈਟ। ਤੇ ਅਸੀਂ 3 ਸਾਲ ਦੇ ਅੰਦਰ ਇਹ ਚੀਜ਼ ਔਨ ਕਮਿਊਨਿਟੀ ਦੇ ਅੱਗੇ ਰੱਖ ਰਹੇ ਹਾਂ। ਇਹ ਕੋਈ ਕਮਰਸ਼ੀਅਲ ਕੰਮ ਨਹੀਂ ਹੈ, ਜਜ਼ਬਾਤੀ ਕੰਮ ਹੈਗਾ, ਨਾ ਹੀ ਅਸੀਂ ਦੇ ਅੰਦਰ ਕੋਈ ਕਿਸੇ ਕੋਲੋਂ ਚਾਰਜ ਕਰ ਰਹੇ ਹਾਂ। ਦੇਖੋ ਕਿਸੇ ਲੋਕਾਂ ਨੇ ਕਿਹਾ ਤੁਸੀਂ ਐਮਾਜ਼ਨ ਤੇ ਪਾ ਦਿਓ, ਨੈਟਫਲਿਕਸ ਤੇ ਪਾ ਦਿਓ, ਇੱਥੇ ਕਰ ਲਓ, ਉੱਥੇ ਕਰੋ, ਫਿਰ ਦੇਖਣ ਵਾਲੇ ਵੀ ਉਤਨੇ ਲਿਮਿਟਡ ਰਹਿ ਜਾਣਗੇ ਨਾ। ਤੇ ਸਾਨੂੰ
ਇਹ ਹੈ ਕਿ ਅਸੀਂ ਲੰਗਰ ਖੋਲ ਦਿੱਤਾ, ਜਿਸਨੇ ਦੇਖਣਾ ਹੈ ਦੇਖੇ, ਜਿਸ ਤਰ੍ਹਾਂ ਦੇਖਣਾ ਹੈ ਠੀਕ ਹੈ। ਥੋੜੀ ਇਨਕਨਵੀਨੀਅੰਸ ਹੋਏਗੀ ਅਜੇ, ਕਿਉਂਕਿ ਵੱਡੀ ਟੀਵੀ ਤੇ ਚਲਾਉਣ ਵਾਸਤੇ ਤੁਹਾਨੂੰ ਮਿਰਰਿੰਗ ਕਰਨੀ ਪਏਗੀ, ਬਟ ਟੈਕਨੋਲੋਜੀ ਹਰ ਚੀਜ਼ ਦੇ ਥੋੜੀ ਲਿਮਿਟੇਸ਼ਨ ਹੁੰਦੀ ਹੈ, ਬਟ ਅਸੀਂ ਪ੍ਰਿੰਸੀਪਲ ਰੱਖਿਆ ਕੋਈ ਵੀ ਦੇਖਣਾ ਚਾਹੇ ਦੇਖ ਸਕਦਾ ਹੈ, ਰਾਈਟ। ਹੁਣ ਤੁਸੀਂ ਜਦੋਂ ਇਸ ਤਰ੍ਹਾਂ ਕਰ ਦਿੱਤਾ ਇਤਨੇ ਵੱਡੇ ਪ੍ਰੋਜੈਕਟ ਨੂੰ, ਅੱਜ ਇੱਕ 1.5 ਘੰਟੇ ਦੀ ਪਿਕਚਰ ਬਣਦੀ ਹੈ ਤੇ ਕਰੋੜਾਂ 'ਚ ਬਣਦੀ ਹੈ, ਤੇ ਤੁਸੀਂ ਇਹ ਤੇ ਅੰਦਾਜ਼ਾ ਲਗਾ ਲਓ ਕਿਸ ਤਰ੍ਹਾਂ ਇੱਕ ਪ੍ਰੋਜੈਕਟ ਬਣਿਆ ਹੋਏਗਾ। ਤੁਸੀਂ ਈਰਾਨ, ਇਰਾਕ, ਅਫਗਾਨਿਸਤਾਨ ਜਾਣ ਦੇ ਪ੍ਰੋਬਲਮ ਨੂੰ ਹੀ ਪਾਕਿਸਤਾਨ ਵਿੱਚ ਫਿਰ ਕੈਮਰੇ ਉਠਾ ਕੇ ਜਾਣ ਦੀ ਪ੍ਰੋਬਲਮ ਨੂੰ ਹੀ ਸੋਲਵ ਕਰਦੇ ਕਰਦੇ ਤੁਸੀਂ ਨਾਲ ਫੰਡਿੰਗ ਵੀ ਰੇਜ਼ ਕਰਨੀ ਹੈ। ਔਰ ਜਦੋਂ ਫੰਡਿੰਗ ਦੇਣ ਵਾਲਾ ਉਹ ਕਹੇ ਕਿ ਤੇਰੇ ਕੋਲ ਉਸ ਨਾਲ ਗੱਲ ਹੋਵੇ, ਤੇ ਅਸੀਂ ਕਹਿ ਰਹੇ ਹਾਂ ਕਿ ਸਿਰਫ ਗੁਰੂ ਨਾਨਕ ਦੇ ਨਾਮ ਵਾਸਤੇ, ਸਿਰਫ ਪਿਆਰ ਵਾਸਤੇ ਤੂੰ ਫੰਡਿੰਗ ਦੇਣੀ ਹੈ। ਇਹ ਨਾ ਐਕਸਪੈਕਟ ਕਰੀ ਕਿ ਤੇਰਾ ਕੋਈ ਨਾਮ ਦੇ ਉੱਤੇ ਕੋਈ ਪਿੱਛੇ ਆ ਜਾਏਗਾ ਜਾਂ ਅੱਗੇ ਆ ਜਾਏਗਾ, ਔਰ ਨਾ ਹੀ ਤੇਰਾ ਕੋਈ ਰਿਟਰਨ ਔਨ ਇਨਵੈਸਟਮੈਂਟ ਹੈਗਾ ਕੋਈ। ਤੂੰ ਕਹੇ ਕਿ ਮੈਨੂੰ ਇਸ ਦੇ ਉੱਪਰ ਤੁਸੀਂ ਪ੍ਰੋਫਿਟ ਦੇ ਦਿਓ, ਕੋਈ ਪ੍ਰੋਫਿਟ ਨਹੀਂ ਹੈ। ਪ੍ਰੋਫਿਟ ਇਹੀ ਹੈ ਗੁਰੂ ਨਾਨਕ ਸਾਹਿਬ ਦਾ ਨੈਰੇਟਿਵ ਬਣ ਰਿਹਾ ਹੈ। ਤੇ ਸਿੱਧੀ ਜੀ ਗੱਲ ਹੈ, ਜਦੋਂ ਇਤਨਾ ਵੱਡਾ ਨੈਰੇਟਿਵ ਬਣੇਗਾ ਤੇ ਅੜਚਨਾ ਬਹੁਤ ਆਈਆਂ ਨੇ। ਹੁਣ ਸਾਨੂੰ ਜੋ ਲੋਕ ਦੇਖ ਰਹੇ ਨੇ, ਜਿਨ੍ਹਾਂ ਨੇ ਰਿਵਿਊ ਕੀਤਾ ਹੈ, ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਇੱਥੇ ਇਸ ਡਾਕੂ ਸੀਰੀਜ਼ ਨੂੰ ਰੋਕ ਨਹੀਂ ਸਕਦੇ। ਹੁਣ ਤੁਸੀਂ ਚੱਲ ਪਏ ਹੋ, ਤੁਸੀਂ ਇੰਗਲਿਸ਼ ਵਿੱਚ ਇੱਕ ਚੀਜ਼ ਬਣਾ ਦਿੱਤੀ ਜੋ ਫਿਰ ਨਹੀਂ ਬਣਨੀ, ਬਿਲਕੁਲ। ਔਰ ਅਗਰ ਫਿਰ ਨਹੀਂ ਬਣਨੀ ਕਿਉਂਕਿ ਇਸ ਦੀ ਕੋਈ ਕਮਰਸ਼ੀਅਲ ਵੈਲਿਊ ਨਹੀਂ ਹੈ, ਤੇ ਫਿਰ ਨੈਰੇਟਿਵ ਦੀ ਵੈਲਿਊ ਹੈ ਬਟ ਕਮਰਸ਼ੀਅਲ ਇਹ ਕੋਈ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਵਾਲੀ ਚੀਜ਼ ਨਹੀਂ ਹੈ। ਹਾਂ, ਹੌਲੇ ਹੌਲੇ ਲੋਕ ਸਮਝਣਗੇ। ਫਿਰ ਗੱਲ ਇਹ ਹੈ ਕਿ ਇਹ ਅਗਰ ਮਾਸਸ ਤੱਕ ਪਹੁੰਚਾਣੀ ਹੈ, ਤੇ ਇਹਨੂੰ ਇੰਗਲਿਸ਼ ਤੋਂ ਤੁਹਾਨੂੰ ਪੰਜਾਬੀ ਤੇ ਹਿੰਦੁਸਤਾਨੀ, ਹਿੰਦੀ, ਉਰਦੂ ਮਿਕਸ ਕਰਕੇ ਵੀ ਇਹਦੀ ਟ੍ਰਾਂਸਲੇਸ਼ਨ ਕਰਨੀ ਹੀ ਪਏਗੀ, ਤਾਂ ਹੀ ਮਾਸਸ ਤੱਕ ਜਾਏਗੀ। ਤੇ ਅਸੀਂ ਕਿਹਾ ਅਸੀਂ ਕਰਨ ਨੂੰ ਤਿਆਰ ਹਾਂ, ਲੇਕਿਨ ਕੋਈ ਵੀ ਚੀਜ਼ ਕਰਨ ਵਾਸਤੇ, ਲੰਗਰ ਵੀ ਅਗਰ ਬਣਾਉਣਾ ਹੋਵੇ ਤੇ ਲੰਗਰ ਵਾਸਤੇ ਘਿਓ, ਦਾਲ, ਚਾਵਲ ਵਾਸਤੇ ਪੈਸੇ ਚਾਹੀਦੇ ਹੁੰਦੇ ਨੇ ਨਾ ਜੀ। ਹੁਣ ਜਦੋਂ ਕਿਸੇ ਦੇ ਕੋਈ ਰੈਵਨਿਊ ਨਹੀਂ ਹੈ, ਤੁਸੀਂ ਇਹਨੂੰ ਪੂਰਾ ਖੋਲ ਕੇ ਰੱਖ ਦਿੱਤਾ ਹੈ, ਤੇ ਅਸੀਂ ਸਿਰਫ ਇਹਨੂੰ ਖੋਲ ਕੇ ਉੱਥੇ ਰੱਖਿਆ ਹੈ ਕਿ thegurunanak.com ਦੇ ਉੱਤੇ, ਔਰ ਅਸੀਂ YouTube ਤੇ ਇਸ ਕਰਕੇ ਨਹੀਂ ਅਜੇ ਪਾਇਆ। ਹਾਲਾਂਕਿ ਮੈਂ ਚਾਹੁੰਦਾ ਕਿ YouTube ਤੇ ਜਲਦੀ ਚਲਾ ਜਾਵੇ, ਲੇਕਿਨ YouTube ਤੇ ਪਾਉਣ ਦਾ ਮਤਲਬ ਇਹ ਹੈ ਕਿ ਅਸੀਂ ਅਪੀਲ ਨਹੀਂ ਕਰ ਸਕਦੇ। ਇੱਕ ਜਗ੍ਹਾ ਤੇ ਪਾ ਕੇ ਤੁਸੀਂ ਉੱਥੇ ਦੇਖੋ, ਜਿਹਨੂੰ ਪਸੰਦ ਆਵੇ ਥੋੜਾ ਜਿਹਾ ਡੋਨੇਟ ਕਰੋ, ਥੋੜਾ ਜਿਹਾ ਆਪਣਾ ਹਿੱਸਾ ਪਾਓ, ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪੰਜਾਬੀ ਵਿੱਚ ਔਰ ਹਿੰਦੁਸਤਾਨੀ ਟ੍ਰਾਂਸਲੇਸ਼ਨ ਬਣਾ ਸਕੀਏ। ਜਿਸ ਤਰ੍ਹਾਂ ਹੀ ਜਿੰਨੀ ਜਲਦੀ ਚੀਜ਼ ਬਣੇਗੀ, ਉਤਨੀ ਜਲਦੀ ਇਸ ਨੂੰ ਅਸੀਂ ਇੱਕ ਵੈਬਸਾਈਟ ਤੋਂ ਉਠਾ ਕੇ YouTube ਵਿੱਚ ਪਾਵਾਂਗੇ ਜੀ। ਤੇ ਹੁਣ ਜੋ ਚੀਜ਼ ਬਣ ਗਈ ਹੈ, ਵੈਲਿਊ ਅਗਰ ਤੁਹਾਡੇ ਅੱਗੇ ਹੈ ਤੇ ਤੁਹਾਨੂੰ ਤੁਸੀਂ ਖਾਈ ਜਾਓ ਤੇ ਤੁਸੀਂ ਸਪੋਰਟ ਨਾ ਕਰੋ, ਫਿਰ ਤੇ ਕੰਮ ਕਿਸ ਤਰ੍ਹਾਂ ਚਲੇਗਾ ਅੱਗੇ? ਬਿਲਕੁਲ, ਇਹ ਤਾਂ ਗਿਆਨ ਦਾ ਦਸਵੰਧ ਹੈ, ਕੱਢਣਾ ਹੀ ਪਏਗਾ। ਬਸ ਅਸੀਂ ਸੋਨੇ ਵਿੱਚ ਲਗਾ ਦੇਣੇ, ਅਸੀਂ ਸੰਗਮਰਮਰ ਵਿੱਚ ਲਗਾ ਦੇਣੇ ਆ, ਅਸੀਂ ਭਾਂਗੜਾ ਦੇਖਣ ਵਿੱਚ ਲਗਾ ਦੇਣੇ ਆ। ਅਗਰ ਅੱਜ US ਦੇ ਅੰਦਰ ਅਗਰ 5 ਬੰਦੇ ਅਗਰ ਪਰਿਵਾਰ ਦੇ ਪਿਕਚਰ ਦੇਖਣ ਚਲੇ ਜਾਣ ਹਾਲ ਦੇ ਅੰਦਰ, ਤੇ $150 ਦਾ ਖਰਚਾ ਹੈ ਜੀ। ਤੇ ਮੈਂ ਤੇ ਸਿਰਫ ਕਹਿਣਾ, ਮੈਨੂੰ ਸਿਰਫ 1250 ਬੰਦੇ ਚਾਹੀਦੇ ਨੇ ਦੁਨੀਆ ਦੇ ਅੰਦਰ ਜੋ $100 ਪਾ ਦੇਣ, ਤੇ ਅਸੀਂ ਤੁਹਾਨੂੰ ਇੰਗਲਿਸ਼ ਵਿੱਚ ਪੂਰਾ 24 ਘੰਟੇ ਦਾ ਦਸਤਾਵੇਜ਼ ਲਿਆ ਕੇ ਖੜਾ ਕਰਕੇ ਰੱਖ ਦਾਂਗੇ ਜੀ। ਫਿਰ ਅਸੀਂ ਪੰਜਾਬੀ ਚ ਖੜਾ ਕਰ ਦਾਂਗੇ, ਫਿਰ ਅਸੀਂ ਹਿੰਦੀ ਚ ਵੀ ਕਰ ਦਾਂਗੇ। ਲੇਕਿਨ ਦੁੱਖ ਇਹ ਹੈ ਕਿ ਭਾਂਗੜੇ ਦੇ ਵਿੱਚੋਂ, ਦਾਰੂ ਦੇ ਵਿੱਚੋਂ, ਸੋਨੇ ਵਿੱਚੋਂ, ਸੰਗਮਰਮਰ ਤੋਂ ਇਲਾਵਾ ਇਸ ਪਾਸੇ ਕੋਈ $100 ਬੜੇ ਘੱਟ ਹੀ ਲੋਕ ਪਾਉਣ ਵਾਲੇ ਹਨ ਜੀ। ਨਹੀਂ ਪਾਉਣ ਵਾਲੇ ਹੋਣਗੇ, ਜ਼ਰੂਰ ਯਕੀਨਨ ਪਾਉਣਗੇ। ਨਹੀਂ, ਇਤਨੀ ਦੂਰ ਪਹੁੰਚੇ ਆ ਅਸੀਂ, ਫੇਥ ਨਹੀਂ ਇਤਨੀ ਜਲਦੀ ਹਾਰਦੇ ਅਸੀਂ। ਮੈਂ ਤੇ ਬੜਾ ਖੜਦਾ ਹਾਂ। ਇਹ ਬਹੁਤ ਖੂਬਸੂਰਤ ਕੰਮ ਹੈ, ਤੇ ਇਹ ਜਿਉਂ-ਜਿਉਂ ਕੰਮ ਅੱਗੇ ਜਾਏਗਾ ਤਿਉਂ-ਤਿਉਂ ਇਸ ਦਾ ਅਹਿਸਾਸ ਹੋਰ ਵਧੇਗਾ, ਤੇ ਸਾਰੀ ਗੱਲ ਭਾਵਨਾ ਚ ਹੁੰਦੀ ਹੈ। ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਗੱਲ ਕੀਤੀ ਆਪਣੀ ਫਿਲਮ ਬਾਰੇ, ਆਪਣੇ ਸਫ਼ਰ ਬਾਰੇ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ।